ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ। ਅਮਰਦਾਸ ਗੁਰ ਹਿਰਦੈ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ। ਸ੍ਰੀ ਅਰਜਨ ਬਿਗਨਨ ਕੇ ਨਾਸਕ। ਹਰ ਗੋਬਿੰਦ ਸੋ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ। ਤੇਗ ਬਹਾਦਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਨਾਸਨ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਨਾਸਨ ਸੋਏ। ਸ੍ਰੀ ਚੰਦ ਆਨ ਕੀਨੋ ਠੰਡ ਅਗਵਾਨ ਜਬ। ਬੰਦੇ ਮੈਂ ਦੁਪਾਨ ਤਬ ਬੈਨ ਕੋ ਬਖਾਨਿਆ। ਸੋਦਰੀ ਰੁਦਨ ਬਿਲ ਖਾਤ ਹੈ ਸਦਨ ਨਹੀਂ। ਜੀਜਾ ਹੈ ਸਦਨ ਆਜ ਰਹੋ ਨਾ ਪਿਆਨਿਆ। ਨਹੀਂ ਜੀਜਾ ਹੈ ਸਦਨ ਆਜ ਰਹੋ ਨਾ ਪਿਆਨਿਆ। ਵਾਹਿਗੁਰੂ ਜੀ। ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਹ ਕਰਨਾ ਤੇ ਵਡਗੀ ਭਾਵ ਹੈ ਗਤ ਵਿਸਰਾਮ। ਜਿਹ ਕਰਨਾ ਤੇ ਵਡਗੀ ਭਾਵ ਹੈ ਗਤ ਵਿਸਰਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ। ਗੁਰੂ ਨਾਨਕ ਦੇਵ ਮਹਾਰਾਜ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। 59ਵਾਂ ਅਧਿਆਏ ਆਪਣਾ ਪ੍ਰਸੰਗ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਤੇ ਮਦੀਨੇ ਉਪਦੇਸ਼ ਦੇ ਕਰਕੇ ਉੱਥੋਂ ਦੇ ਕਾਜੀ ਮੁਲਾਣੇ ਹੋਰ ਮੁਸਲਮਾਨ ਭਰਾਵਾਂ ਨੂੰ ਸੁਲਤਾਨਪੁਰ ਨਗਰ ਪਹੁੰਚੇ ਹੈ। ਬੇਬੇ ਨਾਨਕੀ ਜੀ ਬੜੇ ਖੁਸ਼ ਹੋਏ ਹੈ। ਕੁਝ ਸਮਾਂ ਇੱਥੇ ਰੁਕ ਕੇ ਮਹਾਰਾਜ ਜੀ ਕਹਿਣ ਲੱਗੇ, ਭੈਣ ਹੁਣ ਸਾਨੂੰ ਇਜਾਜ਼ਤ ਦੇ ਰਸਤੇ ਦੇ ਉੱਪਰ ਖੜੇ ਹੋਏ ਆ। ਬੇਬੇ ਕਹਿਣ ਲੱਗੀ, ਵੀਰ ਕੁਝ ਸਮਾਂ ਰਹਿਣਾ ਕਰੋ। ਹੁਣ ਤੁਸੀਂ ਇਹ ਪ੍ਰਸੰਗ ਸਰਵਣ ਕਰਿਆ ਹੈ। ਜੋ ਪਵਿੱਤਰ ਪਾਵਨ ਪ੍ਰਸੰਗ ਅੱਗੇ ਆਵੇ ਪਿਆਰ ਦੇ ਨਾਲ ਸਰਵਣ ਕਰੋ ਜੀ। ਸ੍ਰੀ ਚੰਦ ਆਨ ਕੀਨੋ ਠੰਡ ਅਗਵਾਨ ਜਬ। ਬੰਦੇ ਮੈਂ ਦੁਪਾਨ ਤਬ ਬੈਨ ਕੋ ਬਖਾਨਿਆ। ਲਿਆ ਕੇ ਬੀਬੇ ਨਾਨਕੀ ਜੀ ਦੇ ਕੋਲੇ ਲੀੜ ਹਿਲਾਉਣ ਵਾਲੀ ਹੈ ਤੇਰੀ ਇਹ ਬੰਦ ਹੈ ਮੈਕ। ਸ੍ਰੀ ਚੰਦ ਜੀ ਆਪਾਂ ਸਰਵਣ ਕਰਿਆ ਸੀ ਵੀ ਬੀਬੇ ਨਾਨਕੀ ਜੀ ਦੇ ਕੋਲੇ ਰਹਿ ਰਹੇ ਨੇ। ਸੋ ਬੀਬੇ ਨਾਨਕੀ ਜੀ ਨੇ ਸ੍ਰੀ ਚੰਦ ਜੀ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਕੋਲੇ ਲਿਆ ਕੇ ਖੜਿਆਂ ਕਰ ਦਿੱਤਾ। ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਨੇ ਆ ਕੇ ਤੇ ਬੇਬੇ ਜੀ ਬੜਾ ਰੁਦਨ ਕਰ ਰਹੇ ਨੇ, ਬੜੇ ਵਿਆਕਲ ਹੋ ਰਹੇ ਨੇ। ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਜੈ ਰਾਮ ਜੀ ਵੀ ਘਰ ਦੇ ਵਿੱਚ ਨਹੀਂ ਹਨ। ਤੁਸੀਂ ਐਡੀ ਕਾਹਲੀ ਨਾ ਕਰੋ ਤੇ ਅੱਜ ਦਾ ਦਿਨ ਇੱਥੇ ਰਹਿਣਾ ਕਰੋ ਨਾ। ਉਸ ਸਮੇਂ ਭਾਈ ਬਾਲਾ ਜੀ ਕਹਿੰਦੇ, ਮੈਂ ਵੀ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਰਹਿਣਾ ਕਰੋ। ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਬੀਬੀ ਨਾਨਕੀ ਦੇ ਘਰੇ ਰਹੇ ਹਨ। ਮੇਰੇ ਬੈਨ ਸੁਨੇ ਤਬ ਸੁਖਦਾਨ ਮਾਨਿਆ। ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਕਹਿੰਦੇ ਮੇਰੀ ਬੇਨਤੀ ਮੰਨ ਕੇ ਇਸ ਤਰ੍ਹਾਂ ਰਹਿਣਾ ਕੀਤਾ। ਕਮਲ ਬਦਨ ਸੁਠ ਗਿਆਨ ਕੋ ਸਦਨ ਦਾਸ। ਕਮਲ ਵਰਗੇ ਮੁਖ ਵਾਲੇ ਸਤਿਗੁਰੂ ਆਪਣੇ ਸਿੱਖਾਂ ਨੂੰ
ਗਿਆਨ ਦਾ ਦਾਨ ਦੇਣ ਵਾਲੇ, ਮੋਹ ਕੋ ਕਦਨ ਦਰਸ਼ਨ ਦੁਖ ਹਾਨਿਆ। ਮੋਹ ਨੂੰ ਕੱਟਣ ਵਾਲੇ ਨੇ, ਜਿਨ੍ਹਾਂ ਦਾ ਦਰਸ਼ਨ ਕਰਕੇ ਹੀ ਦੁੱਖ ਦੂਰ ਹੋ ਜਾਂਦੇ ਆ। ਕਬਿਤ ਆਇਓ ਹੈ ਜੇ ਰਾਮ ਦੌਰ ਕੀਨੀ ਹੈ ਪ੍ਰਣਾਮ ਗੁਰ। ਇੰਨੀ ਦੇਰ ਤੱਕ ਜੈ ਰਾਮ ਜੀ ਵੀ ਘਰ ਦੇ ਵਿੱਚ ਆ ਗਏ। ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਭੱਜ ਕੇ। ਹਾਥ ਸੋ ਉਚਾਏ ਤਾ ਕੋ ਬੰਦਨਾ ਕਰਤ ਹੈ। ਗੁਰੂ ਨਾਨਕ ਦੇਵ ਜੀ ਨੂੰ, ਨਹੀਂ ਜੀਜਾ ਜੀ ਤੁਸੀਂ ਵੱਡੇ ਹੋ, ਹੱਥ ਨਾਲ ਸਿਰ ਚੁੱਕਿਆ ਤੇ ਆਪ ਨਮਸਕਾਰ ਕਰਨ ਲੱਗੇ, ਪਰ ਜੈ ਰਾਮ ਜੀ ਨੇ ਹਟਾ ਦਿੱਤਾ। ਬੂਝਤ ਕੁਸਲ ਬੈਸੇ ਸਾਦਰ ਸੇ ਮਿਲਨੀ ਕੇ। ਬੈਠ ਕੇ ਖੇਮ ਕੁਸ਼ਲਤਾ ਸੁਖ ਸਾਂਦ ਪੁੱਛਣੀ ਕੀਤੀ। ਭੋਜਨ ਕਰਾਇਓ ਸੇਕ ਮਨ ਕੀ ਹਰਤ ਹੈ। ਉਸ ਸਮੇਂ ਫਿਰ ਬੇਬੇ ਨਾਨਕੀ ਜੀ ਨੇ ਭੋਜਨ ਤਿਆਰ ਕਰਕੇ ਬੜੇ ਪਿਆਰ ਦੇ ਨਾਲ ਭੋਜਨ ਛਕਾਉਣਾ ਕੀਤਾ। ਖਾਏ ਕੇ ਅਸਨ ਪੋੜੇ ਪੱਗ ਬਸਨ ਲਏ। ਭੋਜਨ ਛਕ ਕਰਕੇ ਉਸ ਤੋਂ ਬਾਅਦ ਸੋਹਣਾ ਕੱਪੜਾ ਲੈ ਕਰਕੇ ਮਹਾਰਾਜ ਜੀ ਇਸ ਰਾਤ ਨੂੰ ਆਰਾਮ ਕਰਨ ਲੱਗੇ। ਜਾ ਕੇ ਦਰਸ਼ਨ ਪਵ ਬੰਧਨ ਟਰਤ ਹੈ। ਜਿਨ੍ਹਾਂ ਦੇ ਦਰਸ਼ਨ ਕਰਕੇ ਭਵਜਲ ਸੰਸਾਰ ਦੇ ਬੰਧਨ ਕੱਟੇ ਜਾਂਦੇ ਆ। ਡੇਢ ਜਾਪ ਜਾਮਨੀ ਤੇ ਕੀਨੋ ਇਸ਼ਨਾਨ ਨੀਰ। ਜਦੋਂ ਡੇਢ ਪਹਿਰ ਰਾਤ ਬਾਕੀ ਰਹਿ ਗਈ, ਮਹਾਰਾਜ ਜੀ ਨੇ ਜਲ ਨਾਲ ਇਸ਼ਨਾਨ ਕਰਿਆ। ਜਗਤ ਉਧਾਰੇ ਵੇ ਕੀ ਕਾਮਨਾ ਧਰਤ ਹੈ। ਜਿਨ੍ਹਾਂ ਦੀ ਕਾਮਨਾ ਇੱਕੋ ਇੱਕ ਹੀ ਹੈ, ਇੱਛਾ ਇੱਕੋ ਇੱਕ ਹੈ, ਸੰਸਾਰ ਦਾ ਉਧਾਰ ਕਰਨਾ ਹੈ। ਕਬਿਤ ਭੋਰ ਪਈ ਚਲਬੇ ਕੋ ਤਿਆਰ ਪਏ ਦੀਨਾਨਾਥ। ਜਦੋਂ ਦਿਨ ਚੜਿਆ, ਦਿਨਾਂ ਦੇ ਮਾਲਕ ਸਤਿਗੁਰੂ ਮਹਾਰਾਜ ਚੱਲਣ ਦੇ ਵਾਸਤੇ ਤਿਆਰ ਹੋ ਗਏ ਹੈ। ਬੋਲੇ ਮਰਦਾਨੀ ਸੋ ਰਬਾਬ ਕੰਦੇ ਲੀਜੀਏ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਾ ਜੀ ਚੁੱਕੋ ਰਬਾਬ, ਮੋਢੇ ਦੇ ਉੱਪਰ ਰੱਖਣੀ ਕਰੋ। ਸੁਸਾ ਸੁਨ ਆਈ ਬਾਨੀ ਬਦਨ ਅਲਾਈ। ਭੈਣ ਜੀ ਨੂੰ ਪਤਾ ਲੱਗਿਆ, ਭੱਜੇ ਆਏ, ਆ ਕਰਕੇ ਕਹਿਣਾ ਕੀਤਾ, ਏਕ ਮਾਸ ਰਹੋ ਪਾਈ ਮੇਰੀ ਬਿਨਤੀ ਮਨੀਜੀਏ। ਹੇ ਭਾਈ, ਹੇ ਵੀਰ ਜੀ, ਹੇ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਜੀ, ਮੇਰੀ ਬੇਨਤੀ ਮੰਨੋ, ਘੱਟੋ ਘੱਟ 1 ਮਹੀਨਾ ਤਾਂ ਤੁਸੀਂ ਰਹਿਣਾ ਕਰੋ। ਹਿਰਦੇ ਨਿਤ ਚਾਹ ਕੇਤੇ ਦਿਨ ਮੈਂ ਦਿਖਾਇਓ ਮੁਖ। ਹਰ ਰੋਜ਼ ਹਿਰਦੇ ਵਿੱਚ ਇੱਛਾ ਸੀ ਕਦੋਂ ਆ ਕੇ ਦਰਸ਼ਨ ਦੇਵੋ, ਕਿੰਨੇ ਸਮੇਂ ਬਾਅਦ ਆ ਕੇ ਤੁਸੀਂ ਦਰਸ਼ਨ ਦਿੱਤੇ ਐ। ਮੋਕੋ ਸੁਖ ਦੀਜੈ ਨਿਤ ਸਦਨ ਰਹੀਜੀਏ। ਹੁਣ ਕਿਰਪਾ ਕਰੋ, ਆਪਣੇ ਘਰ ਵਿੱਚ ਰਹਿਣਾ ਕਰੋ, ਕੁਝ ਸਮਾਂ ਤਾਂ ਰਹੋ ਨਾ, ਮੈਨੂੰ ਸੁਖ ਦੇਵੋ। ਭਗਤ ਜੈ ਰਾਮ ਐਸੋ ਕੌਣ ਤੁਮ ਕਾਮ ਪੁਨ। ਜੈ ਰਾਮ ਜੀ ਵੀ ਕਹਿਣ ਲੱਗੇ ਐ, ਪੁਨ ਫਿਰੇ ਬਹੁ ਕਾਲ ਬਿਸਰਾਮ ਅਬ ਕੀਜੀਏ। ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਬੜੀ ਤੁਸੀਂ ਜਲਦੀ ਜਾ ਰਹੇ ਹੋ, ਬਹੁਤ ਜ਼ਿਆਦਾ ਤੁਸੀਂ ਜਾ ਆਏ ਹੋ, ਫਿਰ ਆਏ ਹੋ, ਤੇ ਹੁਣ ਕੁਝ ਸਮਾਂ ਤਾਂ ਆਰਾਮ ਕਰੋ। ਕਬਿਤ ਕਮਲ ਬਦਨ ਬੋਲੇ ਹਿਰਦਾ ਜਿਨ ਮਿਲਿਓ ਹੋਇ ਹੋਤ। ਗੁਰੂ ਨਾਨਕ ਦੇ ਮਾਰੇ ਸੋਹਣੇ ਮੁਖ ਤੋਂ ਕਹਿਣ ਲੱਗੇ, ਜੈ ਰਾਮ ਜੀ, ਜਿਨ੍ਹਾਂ ਦਾ ਹਿਰਦਾ ਮਿਲਿਆ ਹੋਇਆ ਹੁੰਦਾ ਹੈ, ਸੋਈ ਸਦਾ ਮਿਲੇ ਬਿਥ ਕਬੈ ਨਾ ਲਖੀਜੀਏ। ਉਹ ਸਦਾ ਹੀ ਮਿਲੇ ਰਹਿੰਦੇ ਨੇ, ਉਹਨਾਂ ਨੂੰ ਬਿਬ ਕਹਿੰਦੇ ਨੇ ਵੱਖਰਾ, ਕਦੇ ਵੀ ਵੱਖਰਾ ਨਾ ਜਰਨਾ ਕਰੋ। ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ। ਸੁਸਾ ਮੋਹ ਨਾਸ ਕਰ ਗਿਆਨ ਕੋ ਵਿਚਾਰ ਉਰ। ਹੇ ਭੈਣ ਜੀ, ਮੋਹ ਦਾ ਨਾਸ ਕਰ, ਗਿਆਨ ਦੇ ਵਿੱਚ ਆਓ, ਗਿਆਨ ਦੇ ਵਿਚਾਰ ਕਰਨੀ ਕਰੋ। ਮਿਲਨ ਵਿਜੋਗ ਤਨ ਧਰਮ ਜਨੀਜੀਏ। ਮਿਲਣਾ ਤੇ ਵਿਛੜਨਾ ਜਿਹੜਾ ਹੈ, ਇਹ ਸਰੀਰਾਂ ਦਾ ਧਰਮ ਹੈ, ਆਤਮਾ ਕਦੇ ਵੀ ਵਿਛੜਦੀ ਨਹੀਂ ਹੈ। ਚਲਿਓ ਅਬ ਚਹਿ ਹਮ ਪੰਥ ਪਰ ਹੈ ਖਰੇ। ਹੁਣ ਅਸੀਂ ਰਸਤੇ ਦੇ ਉੱਪਰ ਖੜੇ ਹੋਏ ਹਾਂ, ਤੁਹਾਡੇ ਯਾਦ ਕਰਨ ਕਰਕੇ ਆਏ ਹਾਂ। ਹੁਣ ਸਾਡਾ ਜਾਣਾ ਜ਼ਰੂਰੀ ਹੈ, ਅਸੀਂ ਜਾਣਾ ਚਾਹੁੰਦੇ ਹਾਂ। ਦੀਜੀਏ ਰਜਾਏ ਨਾ ਬਿਲੰਬ ਕੋ ਲਗੀਜੀਏ। ਦੇਰ ਨਾ ਲਾਓ, ਹੁਣ ਸਾਨੂੰ ਆਗਿਆ ਦੇਣੀ ਕਰੋ ਜਾਣ ਦੀ। ਰਹਿ ਪੁਨ ਆਈ ਤੁਮ ਨਿਕਟ ਸਦਾਈ ਮਨ। ਫੇਰ ਆਵਾਂਗੇ, ਫਿਰ ਤੁਹਾਡੇ ਕੋਲੇ ਅਸੀਂ ਆ ਕੇ ਰਹਿਣਾ ਕਰਾਂਗੇ। ਸੋਕ ਨਾ ਨਸਾਈ ਮੇਰੋ ਬੈਨ ਆਨ ਲੀਜੀਏ। ਸ਼ੋਕ ਨਾ ਕਰੋ, ਮੇਰਾ ਇਹ ਬਚਨ ਮੰਨਣਾ ਕਰੋ। ਕਬਿਤ ਨਾਨਕੀ ਅਲਾਈ ਕਬ ਮਿਲੋ ਫਿਰ ਆਈ ਕਹੈ। ਬੇਬੇ ਨਾਨਕੀ ਜੀ ਕਹਿਣ ਲੱਗੇ, ਭਰਾ ਜੀ ਫਿਰ ਕਦੋਂ ਆ ਕਰਕੇ ਮਿਲੋਗੇ। ਕਹੈ ਨਾਨਕ ਜੀ ਯਾਦ ਕਰੋ ਦੇਹੂੰ ਮੈਂ ਦਿਦਾਰ ਕੋ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭੈਣ ਜੀ ਜਦੋਂ ਯਾਦ ਕਰੋਗੇ ਮੈਂ ਉਦੋਂ ਹੀ ਆਵਾਂਗਾ ਤੁਹਾਡੇ ਕੋਲੇ। ਸੰਗ ਮਰਦਾਨਾ ਮੋਕੋ ਲੈ ਕੇ ਗੁਰ ਚਲੇ ਤਬ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮਹਾਰਾਜ ਜੀ ਚੱਲ ਪਿਆ। ਜਾਂ ਕੇ ਵਾਕ ਨੌਕਾ ਪਵ ਸਾਗਰ ਕੇ ਪਾਰ ਕੋ। ਜਿਨ੍ਹਾਂ ਦੇ ਬਚਨ ਨੌਕਾ ਕਿਸ਼ਤੀ ਦੇ ਸਮਾਨ ਨੇ,
ਭਵਜਲ ਸੰਸਾਰ ਤੋਂ ਪਾਰ ਕਰਨ ਵਾਲੇ ਆ ਉਹਨਾਂ ਦੇ ਬਚਨ। ਚਾਰ ਕਟੀ ਰਹਿਣ ਕੂਚ ਕਿਨੋ ਦੂਰ ਗਏ ਚੱਲ। ਇਸ ਤਰ੍ਹਾਂ ਮਹਾਰਾਜ ਜੀ ਨੇ ਇਸ ਵਕਤ ਹੀ ਚਾਲੇ ਪਾ ਦਿੱਤੇ, ਕਾਫੀ ਦੂਰ ਚਲੇ ਗਏ ਆ। ਔਰ ਪਈ ਲੰਗੇ ਕੋਸ ਪੰਚਮ ਹਜ਼ਾਰ ਕੋ। ਇਸ ਤਰ੍ਹਾਂ ਥੋੜੇ ਸਮੇਂ ਵਿੱਚ ਹੀ 5000 ਕੋਹ ਦਾ ਫਾਸਲਾ ਤੈਅ ਕਰ ਦਿੱਤਾ। ਠੰਡ ਹੋਏ ਬੁਝੈ ਕੋਹ ਕਹਾਂ ਹਮ ਆਏ ਅਬ। ਖੜੇ ਹੋ ਕੇ ਮਹਾਰਾਜ ਜੀ ਕਹਿਣ ਲੱਗੇ, ਖਾਨ ਪਹਿਚਾਨੋ ਮਾਨ ਕੀਜੀਏ ਵਿਚਾਰ ਕੋ। ਬਈ ਭਾਈ ਬਾਲਾ ਮਰਦਾਨਾ ਜੀ ਪਛਾਣ ਕਰੋ ਤਾਂ ਭਲਾ ਆਪਾਂ ਕਿੱਥੇ ਆ, ਕਿਹੜੀ ਜਗ੍ਹਾ ਤੇ ਆ ਗਏ ਹਾਂ। ਕਬਿਤ ਆਪ ਕਰ ਤਾਰ ਤੁਮ ਤਰਾ ਅਵਤਾਰ ਪਵ। ਭਾਈ ਬਾਲਾ ਜੀ ਕਹਿੰਦੇ ਮੈਂ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਕਰਤਾਰ ਪਰਮੇਸ਼ਰ ਰੂਪ ਹੋ, ਤੁਸੀਂ ਅਵਤਾਰ ਧਾਰਿਆ ਮਨੁੱਖਾ ਸਰੀਰ ਧਾਰਨ ਕਰਕੇ ਸੰਸਾਰ ਤੇ। ਸਦਾ ਹੀ ਅਵਤਾਰ ਹੋ ਨਾ ਸ਼ੇਸ਼ ਪਾਰ ਪਾਵਈ। ਸਦਾ ਹੀ ਪਾਰਾਵਾਰ ਤੋਂ ਰਹਿ ਤੋਂ ਸ਼ੇਸ਼ ਨਾਗ ਵੀ ਤੁਹਾਡਾ ਅੰਤ ਨਹੀਂ ਪਾ ਸਕਦਾ। ਕਲੀ ਕਾਲ ਮੰਦ ਮਤ ਕੈਸੋ ਜਾਣੈ ਤੋਹੇ ਗਤ। ਕਾਲਯੁਗ ਦੇ ਮੰਦੀ ਮੱਤ ਵਾਲੇ ਲੋਕ ਮਹਾਰਾਜ ਤੁਹਾਡੀ ਮਹਿਮਾ ਨੂੰ ਕਿਵੇਂ ਜਾਣ ਸਕਦੇ ਆ। ਨੇਤ ਨੇਤ ਕਹਿ ਵੇਦ ਐ ਕੈਸੇ ਅੰਤ ਪਾਵਈ। ਵੇਦ ਵੀ ਜਿਹੜੇ ਨੇ ਬੇਅੰਤ ਕਹਿੰਦੇ ਨੇ, ਮਹਾਰਾਜ ਤੁਹਾਡਾ ਅੰਤ ਕਿਵੇਂ ਪਾਇਆ ਜਾਵੇ। ਬੋਲਿਓ ਮਰਦਾਨਾ ਇਹ ਜਾਣਿਓ ਸਊ ਥਾਨਾ ਜਹਾਂ। ਇੰਨੀ ਦੇਰ ਤੱਕ ਭਾਈ ਮਰਦਾਨਾ ਜੀ ਕਹਿਣ ਲੱਗੇ ਆ, ਮੱਕੀ ਕੋ ਪਿਆਨਾ ਕੀਨ ਮੋਕੋ ਦ੍ਰਿਸ਼ਟਾਵਈ। ਮਹਾਰਾਜ ਮੈਨੂੰ ਤਾਂ ਐਂ ਦਿਸ ਰਿਹਾ ਵੀ ਜਿਹੜੀ ਜਗ੍ਹਾ ਤੋਂ ਆਪਾਂ ਨੇ ਮੱਕੇ ਨੂੰ ਚਾਲੇ ਪਾਏ ਸੀ, ਸਰਵਣ ਕਰਿਆ ਸੀ ਸੱਖਰ ਭੱਖਰ ਤੋਂ, ਜਦੋਂ ਕਾਜੀ ਮੁੱਲਾ ਨੇ ਵੱਖ ਕਰ ਦਿੱਤਾ ਸੀ, ਮਹਾਰਾਜ ਐਂ ਲੱਗਦਾ ਹੈ ਵੀ ਉਹ ਜਗ੍ਹਾ ਤੇ ਪਹੁੰਚ ਗਏ ਹਾਂ। ਸੁਨਿਓ ਮੁਸਕਾਨੇ ਨੀਕੀ ਕੀਨ ਤੈ ਪਛਾਨੇ ਅਬ। ਸੁਣ ਕੇ ਸਤਿਗੁਰੂ ਮਹਾਰਾਜ ਜੀ ਹੱਸਦੇ ਹੋਏ ਕਹਿੰਦੇ, ਮਰਦਾਨਾ ਜੀ ਬਹੁਤ ਸੋਹਣੀ ਪਛਾਣ ਕਰੀ ਹੈ ਤੁਸੀਂ। ਮੇਰੀ ਦਿਸ ਦੇਖ ਪੁਨ ਸ੍ਰੀ ਗੁਰੂ ਉਲਾਵਈ। ਭਾਈ ਬਾਲਾ ਜੀ ਵੱਲ ਦੇਖ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਦੋਹਰਾ ਚਲਣ ਚਾਹਤ ਕਿਸ ਦਿਸ਼ਾ ਕੋ ਦੀਜੇ ਅਬਹਿ ਬਤਾਈ। ਬਾਲਾ ਜੀ ਹੁਣ ਤੁਸੀਂ ਦੱਸੋ ਕਿਹੜੀ ਦਿਸ਼ਾ ਚੱਲਣਾ ਚਾਹੀਦਾ ਹੈ ਆਪਾਂ ਨੂੰ। ਤਬ ਬੋਲਿਓ ਮੈਂ ਬੰਦ ਕਰ ਸੁਣੀਏ ਪ੍ਰਭ ਕਤ ਦਾਈ। ਭਾਈ ਬਾਲਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮੁਕਤੀ ਦੇ ਦਾਤੇ ਸੁਣੋ ਮੇਰੀ ਬੇਨਤੀ। ਸਵਈਆ ਹੈ ਜਿਤ ਚਾਹ ਚਲੋ ਤੁਮਰੀ ਪਛਾਤ ਚਲੈ ਸੁਣੀਏ ਸੁਖਦਾਨਾ। ਐ ਸੁੱਖਾਂ ਦੇ ਦਾਤੇ ਸਤਿਗੁਰੂ ਜਿੱਧਰ ਤੁਹਾਡੀ ਇੱਛਾ ਹੈ ਉਧਰ ਹੀ ਚੱਲਣਾ ਕਰੋ ਮਹਾਰਾਜ ਜੀ। ਸ੍ਰੀ ਗੁਰੂ ਪਾਖਤ ਮੇਰ ਕੇ ਉਪਰ ਹੈ ਸਦ ਮੰਡਲੀ ਜਾ ਮਨ ਮਾਨਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ, ਸਮੇਰ ਪਰਬਤ ਦੇ ਉੱਪਰ ਸਿੱਧਾਂ ਦੀ ਜੋ ਮੰਡਲੀ ਹੈ, ਦੇਖੇ ਸੋ ਤਹਿ ਥਾਨ ਚਲੋ ਸੁਨ ਜੋ ਕਰ ਬੰਦ ਉਠਿਓ ਮਰਦਾਨਾ। ਚਲੋ ਆਪਾਂ ਉੱਥੇ ਚੱਲ ਕੇ ਦੇਖਦੇ, ਉਹਨਾਂ ਦਾ ਮਾਣ ਦੂਰ ਕਰਨਾ ਹੈ। ਇਸ ਤਰ੍ਹਾਂ ਸੁਣ ਕਰਕੇ ਭਾਈ ਬਾਲਾ ਮਰਦਾਨਾ ਜੀ ਉੱਠ ਕੇ ਖੜੇ ਹੋ ਗਏ। ਮੋਹਿ ਸ਼ੁਦਾ ਜਬ ਦੇਹੋ ਹਟਾਈ ਤਬੈ ਤੁਮਰੇ ਸੰਗ ਹੋਏ ਪਿਆਨਾ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਨਾਲ ਜਾਣਾ ਮੇਰਾ ਤਾਂ ਹੋਊਗਾ, ਰੋਜ਼ ਰੋਜ਼ ਮਹਾਰਾਜ ਮੈਨੂੰ ਕਹਿਣਾ ਵੀ ਔਖਾ ਲੱਗਦਾ ਹੈ। ਫਿਰ ਜੇ ਮੈਂ ਬੇਨਤੀ ਕਰਦਾ ਫਿਰ ਮਹਾਰਾਜ ਤੁਸੀਂ ਗੁੱਸੇ ਹੁੰਦੇ ਹੋ। ਤੁਹਾਡੇ ਨਾਲ ਹੁਣ ਮੇਰਾ ਜਾਣਾ ਤਾਂ ਹੋਊਗਾ, ਪਹਿਲਾਂ ਮੇਰੀ ਭੁੱਖ ਮਿਟਾਉਣੀ ਕਰੋ। ਸਵਈਆ ਬਿਕਸੇ ਸੁਨ ਬੈਨ ਗੁਰੂ ਗਨ ਐਨ ਦਇਆ ਜਿਨ ਨੈਣ ਰਹੀ ਛਬ ਛਾਈ। ਜਿਨ੍ਹਾਂ ਦੇ ਨੇਤਰਾਂ 'ਚ ਦਇਆ ਛਾਈ ਹੋਈ ਹੈ ਉਹ ਸਤਿਗੁਰੂ ਮਹਾਰਾਜ ਜੀ ਹੱਸ ਕਰਕੇ ਉਸ ਸਮੇਂ ਬਚਨ ਕਰਨ ਲੱਗੇ। ਜਿਨ ਦੇਹ ਧਰੀ ਜਗਤਾਰਨ ਕਾਰਨ ਦੰਭ ਵਿਦਾਰਨ ਸ੍ਰੀ ਜਗਰਾਈ। ਜਗਤ ਦੇ ਮਾਲਕ ਗੁਰੂ ਨਾਨਕ ਜੀ ਨੇ, ਜਿਨ੍ਹਾਂ ਨੇ ਸੰਸਾਰ ਦੇ ਉੱਪਰ ਪਖੰਡਾਂ ਨੂੰ ਵਹਿਮਾਂ ਭਰਮਾਂ ਨੂੰ ਕੱਟਣ ਵਾਸਤੇ ਹੀ ਸਰੀਰ ਧਾਰਿਆ ਹੈ। ਮਨ ਮੈਂ ਜਿਮ ਚਾਹਤ ਹੋਵੇ ਸੋ ਬਹੁਰੋ ਦੁਖ ਭੋਗ ਨਾ ਪਾਏ ਕਦਾਈ। ਮਰਦਾਨਾ ਜੀ ਕੋਈ ਨਾ, ਜਿਵੇਂ ਤੁਹਾਡੀ ਮਨ ਦੀ ਇੱਛਾ ਹੈ ਉਵੇਂ ਹੀ ਹੋ ਜਾਊਗਾ। ਉਸ ਤੋਂ ਬਾਅਦ ਤੁਹਾਨੂੰ ਕਦੇ ਨਾ ਭੁੱਖ ਲੱਗੇਗੀ ਨਾ ਕੋਈ ਦੁੱਖ ਲੱਗੇਗਾ। ਕਹਿ ਜੋ ਪ੍ਰਸਥਾਨ ਕਿਉ ਜਬ ਹੀ ਤਬ ਕੰਚਨ ਕੀ ਤਰਨੀ ਤਹ ਆਈ। ਜਦੋਂ ਇੱਥੋਂ ਚਾਲੇ ਪਾਏ ਥੋੜੀ ਦੂਰ ਹੀ ਪਹੁੰਚੇ ਐ, ਸੋਨੇ ਦੀ ਧਰਤੀ ਆ ਗਈ ਹੈ। ਸਵਈਆ ਤਾਹੇ ਬਲੋਕਤ ਹੀ ਹਰ ਕਾ ਕਰ ਬੰਦ ਕਹਿ ਗੁਰ ਸੋ ਮਰਦਾਨਾ। ਉਹ ਧਰਤੀ ਨੂੰ ਦੇਖ ਕਰਕੇ ਹੱਥ ਜੋੜ ਕਰਕੇ ਭਾਈ ਮਰਦਾਨਾ ਜੀ ਬੇਨਤੀ ਕਰਨ ਲੱਗੇ ਆ। ਦੇਖਤ ਮੈਂ ਬਿਸਮਾਦ ਪਿਓ ਸਭ ਹੀ ਤਰਨੀ ਪਰ ਹੇਮ ਮਹਾਨਾ। ਮਹਾਰਾਜ ਮੈਂ ਤਾਂ ਹੈਰਾਨ ਹੋ ਗਿਆ ਦੇਖ ਕਰਕੇ, ਜਿੰਨੀ ਧਰਤੀ ਹੈ ਸਾਰੀ ਹੇਮ ਕਹਿੰਦੇ ਨੇ ਕੰਚਨ ਸੋਨੇ ਦੀ ਬਣੀ ਹੋਈ ਹੈ। ਐ ਸਰਤਾ ਜਿਨ ਮੈਂ ਰਸ ਸੁੰਦਰ ਮਾਨਵ ਏਕ ਨਹੀਂ ਇਸ ਥਾਨਾ। ਮਹਾਰਾਜ ਸਰਤਾ ਨਦੀ ਬਹੁਤ ਸੋਹਣੀ ਹੈ, ਜਿਹਦੇ ਵਿੱਚ ਜਲ ਜਿਹੜਾ ਉਹ ਬਹੁਤ ਵਧੀਆ ਹੈ, ਪਰ ਮਨੁੱਖ ਇੱਕ ਵੀ ਨਹੀਂ ਹੈ ਇੱਥੇ। ਕੰਚਨ ਔਰ ਰਸ ਬਾਦ ਪਰਿਓ ਸਭ ਜੋ ਸੁਨ ਸ੍ਰੀ ਗੁਰ ਬੈਨ ਬਖਾਨਾ। ਇਹ ਸੋਨਾ ਤੇ ਜਿਹੜਾ ਇਹ ਬਹੁਤ ਵਧੀਆ ਜਲ ਹੈ ਨਦੀ ਦੇ ਵਿੱਚ, ਮਹਾਰਾਜ ਮਨੁੱਖ ਹੈ ਕੋਈ ਨਹੀਂ।
ਬੇਅਰਥ ਹੈ, ਕਿਸੇ ਕੰਮ ਨਾ ਸੋਨਾ ਕਿਸੇ ਕੰਮ ਆਵੇ, ਨਾ ਇਹ ਪਾਣੀ ਕਿਸੇ ਕੰਮ ਆਵੇ। ਇਹ ਕਿਉਂ ਇਸ ਤਰ੍ਹਾਂ ਮਹਾਰਾਜ ਜੀ ਸੁਣ ਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਸਵਈਆ ਪ੍ਰੀਤਮ ਜੋ ਕਰਤਾਰ ਕੇ ਸੇਵਕ ਪ੍ਰਾਪਤ ਹਵੈ ਤਿਨ ਕੋ ਸੁਖਦਾਈ। ਜਿਹੜੇ ਪ੍ਰੀਤਮ ਪਿਆਰੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੇਵਕ ਹਨ ਮਰਦਾਨਾ ਜੀ, ਉਹਨਾਂ ਨੂੰ ਇਹ ਜਿਹੜਾ ਜਲ ਹੈ ਉਹ ਪ੍ਰਾਪਤ ਹੋਇਆ ਕਰਦਾ ਹੈ। ਮਾਨਵ ਔਰ ਨ ਆਇ ਸਕੈ ਤਿਨ ਪੀਵਨ ਜੋਗ ਨਹੀਂ ਗਰਬਾਈ। ਹੋਰ ਮਨੁੱਖ ਪਹਿਲਾਂ ਤਾਂ ਕੋਈ ਇੱਥੇ ਆ ਹੀ ਨਹੀਂ ਸਕਦਾ, ਦੂਸਰਾ ਉਹਨਾਂ ਦੇ ਪੀਣ ਦੇ ਯੋਗ ਨਹੀਂ। ਜੇ ਉਹ ਪੀ ਲੈਣ ਇਸ ਨੂੰ ਤਾਂ ਉਹਨਾਂ ਦੇ ਮਨ ਦੇ ਵਿੱਚ ਗਰਭ ਹੰਕਾਰ ਪੈਦਾ ਹੋ ਜਾਂਦਾ ਹੈ। ਆਪਣਾ ਆਪ ਜਨਾਵਨ ਜੇਨ ਹੈ ਪੀਵਤ ਸੇ ਨਿਤ ਹੋਤ ਪਤਾਈ। ਇਸ ਨੂੰ ਤਾਂ ਉਹੀ ਪੀ ਸਕਦੇ ਐ, ਤ੍ਰਿਪਤ ਹੁੰਦੇ ਨੇ ਪੀ ਕਰਕੇ। ਜਿਹੜੇ ਇਸ ਨੂੰ ਪੀ ਕਰਕੇ ਆਪਣਾ ਆਪ ਨਾ ਜਨਾਉਣ। ਭੂਖ ਲਗੈਨ ਹੈ ਪਿਆਸ ਕਬੈ ਹਰ ਨਾਮ ਕੇ ਸੰਗ ਰਹੇ ਲਵਲਾਈ। ਉਹਨਾਂ ਨੂੰ ਫਿਰ ਜਿਹੜੇ ਇਹ ਜਲ ਛਕ ਲੈਂਦੇ ਨੇ ਅੰਮ੍ਰਿਤ ਰੂਪੀ ਜਲ ਜੋ ਹੈ, ਉਹਨਾਂ ਨੂੰ ਨਾ ਭੁੱਖ ਲੱਗਦੀ ਹੈ ਨਾ ਕਦੇ ਪਿਆਸ ਲੱਗਦੀ ਹੈ। ਵਿਤ ਸੁਨ ਮਰਦਾਨਾ ਮਨ ਮਾਹੇ ਹਰ ਕਾਨਾ ਤਬ ਬਚਨ ਬਖਾਨਾ ਦੇਹੁ ਕਰਨਾ ਨਿਧਾਨ ਕੋ। ਉਹਨਾਂ ਦੀ ਨਾਮ ਨਾਲ ਲਿਵ ਲੱਗ ਜਾਂਦੀ ਹੈ। ਸੁਣ ਕਰਕੇ ਭਾਈ ਮਰਦਾਨਾ ਜੀ ਕਹਿ ਰਹੇ ਨੇ, ਦੁਬਾਰਾ ਪੜੋ ਜੀ। ਸੁਨ ਮਰਦਾਨਾ ਮਨ ਮਾਹੇ ਹਰ ਕਾਨਾ ਤਬ ਬਚਨ ਬਖਾਨਾ ਦੇਹੁ ਕਰਨਾ ਨਿਧਾਨ ਕੋ। ਉਸ ਸਮੇਂ ਦਇਆ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਭਾਈ ਮਰਦਾਨਾ ਜੀ ਖੁਸ਼ ਹੋ ਕੇ ਬੇਨਤੀ ਕਰਨ ਲੱਗੇ, ਆਇਸ ਜੋ ਪਾਉ ਕਰ ਪਾਨ ਤਿਪਤਾਉ। ਮਹਾਰਾਜ ਜੇ ਤੁਹਾਡੀ ਆਗਿਆ ਫਿਰ ਮੈਂ ਇਹ ਜਲ ਕਿਉਂ ਨਾ ਪੀ ਲਵਾਂ ਸਤਿਗੁਰੂ ਜੀ। ਸੁਦਾ ਪਿਆਸ ਕੋ ਮਿਟਾਉ ਕਰੋ ਨਾਸ ਸਭ ਮਾਨ ਕੋ। ਜਿੰਨੀ ਭੁੱਖ ਪਿਆਸ ਹੈ ਉਹ ਵੀ ਦੂਰ ਕਰ ਲਵਾਂ। ਬਾਕੀ ਤੁਸੀਂ ਕਹਿੰਦੇ ਹੋ ਵੀ ਮਾਣ ਹੰਕਾਰ ਵੀ ਦੂਰ ਜਾ। ਜੇ ਮਾੜਾ ਮੋਟਾ ਪਹਿਲਾਂ ਤੁਸੀਂ ਸਾਰਾ ਦੂਰ ਕਰ ਦਿੱਤਾ, ਮਾਣ ਤਾਂ ਕੋਈ ਹੈ ਨਹੀਂ ਮੇਰੇ ਵਿੱਚ, ਜੇ ਹੈ ਤਾਂ ਉਹ ਵੀ ਦੂਰ ਹੋ ਜਾਵੇ ਜੀ। ਮੰਦ ਮੁਸਕਾਏ ਗੁਰੂ ਬਚਨ ਅਲਾਏ ਔਰ ਹੌਲੀ ਹੌਲੀ ਹੱਸਦੇ ਹੋਏ ਸਤਿਗੁਰੂ ਮਹਾਰਾਜ ਜੀ ਮੁਖ ਤੋਂ ਬਚਨ ਕਰਨ ਲੱਗੇ ਆ। ਜਰਾ ਜੇ ਅਜਰ ਤਬ ਕੀਜੈ ਇਹ ਪਾਨ ਕੋ। ਮਰਦਾਨਾ ਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਨੂੰ ਪਾ ਕੇ ਹਰ ਕੋਈ ਜਰ ਨਹੀਂ ਸਕਦਾ। ਜੇ ਤੁਸੀਂ ਇਹਨੂੰ ਪੀ ਕੇ ਜਰ ਲਵੋਗੇ ਫਿਰ ਹੁਣੇ ਹੀ ਪੀ ਲਵੋ। ਨਿਰੰਕਾਲ ਪਇਓ ਤੁਮ ਸੰਗ ਵਿਚਰਨ ਲਿਓ। ਬਹੁਤ ਵਧੀਆ ਬੇਨਤੀ ਕੀਤੀ ਭਾਈ ਮਰਦਾਨਾ ਜੀ। ਕਹਿੰਦੇ ਮਹਾਰਾਜ ਮੈਂ ਕਿਹੜਾ ਅੱਜ ਤੁਰਿਆ, ਬੜਾ ਸਮਾਂ ਹੋ ਗਿਆ ਤੁਹਾਡੇ ਨਾਲ ਤੁਰੇ ਨੂੰ। ਕਬ ਦਿਆ ਬਰ ਦੀਜੀਏ ਪਛਾਨ ਕੋ। ਕਿਰਪਾ ਕਰੋ ਮੈਨੂੰ ਵਰ ਦੇ ਦਿਓ ਮਹਾਰਾਜ, ਆਪ ਜੀ ਦੀ ਕਿਰਪਾ ਹੋ ਜਵੇ, ਮਿਹਰ ਦੀ ਨਜ਼ਰ ਕਰ ਦਿਓ ਵੀ ਜਿਸ ਕਰਕੇ ਮੈਂ ਇਸ ਜਲ ਨੂੰ ਪਚਾ ਲਵਾਂ। ਸਵਈਆ ਲੈ ਕਰ ਆਇਸ ਸ੍ਰੀ ਗੁਰ ਕੀ ਤਬ ਪੀਵਤ ਪਾਰਸ ਸੋ ਮਰਦਾਨਾ। ਮਹਾਰਾਜ ਜੀ ਦੀ ਆਗਿਆ ਲੈ ਕਰਕੇ ਉਸ ਵਿੱਚ ਭਾਈ ਮਰਦਾਨਾ ਜੀ ਫਿਰ ਉਹ ਜਲ ਛਕਣ ਲੱਗੇ ਆ। ਕੋਈ ਵਿਦੇਹ ਗਇਓ ਖਿਨ ਤਾਂ ਦਸਵੇਂ ਦਰ ਜਾਏ ਲਗਾ ਸੁਭ ਧਿਆਨਾ। ਵਿਦੇਹ ਮੁਕਤ ਹੋ ਗਏ ਨੇ, ਧਿਆਨ ਜੁੜ ਗਿਆ ਹੈ, ਸਮਾਧੀ ਲੱਗ ਗਈ ਭਾਈ ਮਰਦਾਨਾ ਜੀ ਦੀ। ਜਾਮ ਸੋ ਏਕ ਖੁਲੇ ਤਿਨ ਨੈਣ ਭਇਓ ਪਵ ਮੋਹ ਬਹੀਨ ਸੁਜਾਨਾ। ਇੱਕ ਪਹਿਰ ਘੱਟੋ ਘੱਟ 3 3.5 ਘੰਟੇ ਸਮਾਧੀ ਲੱਗੀ ਰਹੀ। ਉਸ ਵਿੱਚ ਭਾਈ ਮਰਦਾਨਾ ਜੀ ਉਦੋਂ ਬਾਅਦ ਫਿਰ ਨੇਤਰ ਖੁੱਲੇ ਹਨ। ਮੇਰ ਉਹ ਤੇਰ ਭੁਲਾਇ ਦਇਓ ਔਰ ਗਿਆਨ ਪਇਓ ਮਿਟ ਗਇਓ ਅਗਿਆਨਾ। ਮੇਰ ਤੇ ਤੇਰ ਆ ਮੇਰੀ ਵਸਤੂ ਆ, ਤੇਰੀ ਹੈ, ਆ ਆਪਣਾ ਹੈ, ਇਹ ਬਗਾਨਾ ਹੈ। ਇਹ ਸਾਰਾ ਭੈ ਭਰਮ ਦੂਰ ਹੋ ਗਿਆ, ਹਿਰਦੇ ਵਿੱਚ ਗਿਆਨ ਪ੍ਰਗਟ ਹੋ ਗਿਆ, ਅਗਿਆਨਤਾ ਦੂਰ ਹੋ ਗਈ ਹੈ। ਕਰ ਬੰਦ ਉਬੇ ਕਰ ਬੰਧਨ ਪਾਏ ਪ੍ਰਸੰਸਤ ਵਾਕਨ ਸੋ ਸੁਖ ਕੰਦੂ। ਦੋਨੋਂ ਹੱਥ ਜੋੜ ਕਰਕੇ ਬੇਨਤੀ ਕੀਤੀ, ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ ਜੀ। ਜਗ ਨਾਇਕ ਹੋ ਗਤ ਦਾਇਕ ਜਗਤ ਦੇ ਮਾਲਕ ਹੋ ਮਹਾਰਾਜ ਜੀ, ਮੁਕਤੀ ਦੇ ਦਾਤੇ ਹੋ, ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਹੋ। ਕਾਇਕ ਮੋਹ ਕੇ ਦੰਭ ਨਿਕੰਦੂ। ਮੋਹ ਨੂੰ ਨਾਸ ਕਰਨ ਵਾਲੇ ਹੋ ਤੇ ਪਖੰਡਾਂ ਨੂੰ ਕੱਟਣ ਵਾਲੇ ਹੋ। ਕਰੀਏ ਸੁਖੇ ਮਾ ਬਖਸ਼ੋ ਮਨ ਔਗਨ। ਕਿਰਪਾ ਕਰੋ ਮਹਾਰਾਜ ਕਿ ਮੇਰੇ ਔਗਣ ਜਿਹੜੇ ਪਿੱਛੇ ਹੋਏ ਨੇ ਉਹਨਾਂ ਨੂੰ ਬਖਸ਼ ਦਿਓ। ਨਾਮ ਲਏ ਤਬ ਨਾ ਜਮ ਫੰਦੂ। ਤੁਹਾਡਾ ਜਿਹੜਾ ਨਾਮ ਜਪੂਗਾ ਉਹਨਾਂ ਨੂੰ ਜਮਾਂ ਦੀ ਫਾਹੀ ਨਹੀਂ ਪਵੇਗੀ। ਅਣਜਾਣ ਪਨੇ ਬਚ ਬੋਲੇ ਸਨਮੁਖ। ਮਹਾਰਾਜ ਅਣਜਾਣ ਪੁਣੇ ਵਿੱਚ ਤੁਹਾਡੇ ਅੱਗੇ ਮੈਂ ਬਹੁਤ ਵਾਰੀ ਬਹੁਤ ਬਚਨ ਬੋਲਣੇ ਕੀਤੇ ਨੇ। ਪਾਲਕ ਕਾਲ ਸੰਸਾਰ ਗੋਬਿੰਦੂ। ਮਹਾਰਾਜ ਆਪਣੇ ਸੇਵਕਾਂ ਨੂੰ ਪਾਲਣ ਵਾਲੇ ਹੋ ਤੇ ਗੋਬਿੰਦ ਰੂਪ ਹੋ ਸੰਸਾਰ ਦੇ। ਸਵਈਆ ਜੋ ਸੁਨ ਕਹਿ ਹਰ ਖਾਏ ਗੁਰੂ ਮੁਖ ਬਾਕ ਅਲਾਏ ਸੁਨਾਵਤ ਤਾਹੀ। ਇਸ ਤਰ੍ਹਾਂ ਸੁਣ ਕੇ ਮਹਾਰਾਜ ਜੀ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਬਚਨ ਸੁਣਾਉਣ ਲੱਗੇ ਆ। ਜੋ ਤੁਮ ਬੂਚਿਤ ਹੋ ਮਮ ਸੋ ਪਛਾਤ ਕਥਾ ਹੋਏ ਸੇ ਜਗ ਮਾਹੀ। ਭਾਈ ਮਰਦਾਨਾ ਜੀ ਕੋਈ ਨਾ ਤੁਸੀਂ ਉਦਾਸ ਨਾ ਹੋਵੋ। ਜੇ ਤੁਸੀਂ ਪੁੱਛਦੇ ਹੋ ਨਾ ਮੇਰੇ ਕੋਲੇ ਕੋਈ ਸ਼ੰਕਾ ਰੱਖਦੇ ਹੋ, ਬਚਨ ਬੋਲਦੇ ਹੋ, ਉਹ ਵੀ ਵਧੀਆ ਗੱਲ ਹੀ ਹੈ।
ਬਾਅਦ ਦੇ ਵਿੱਚ ਆਪਾਂ ਤੋਂ ਪਿੱਛੋਂ ਫਿਰ ਸੰਸਾਰ ਦੇ ਵਿੱਚ ਆਪਣੀ ਇਹ ਕਥਾ ਹੋਇਆ ਕਰੇਗੀ। ਜੇ ਪੜ ਹੈ ਸੁਨ ਹੈ ਤਿਨ ਕੋ ਮਨ ਹੀ ਸੇ ਸੁਭ ਮਾਰਗ ਪਾਹੀ। ਜਿਹੜਾ ਇਸ ਕਥਾ ਨੂੰ ਪੜਿਆ ਕਰੂਗਾ, ਸੁਣਿਆ ਕਰੂਗਾ, ਸੁਣ ਕੇ ਫਿਰ ਇਹਦੇ ਵਿੱਚ ਉਪਦੇਸ਼ ਆਉਂਦਾ ਹੈ, ਉਹਨੂੰ ਮੰਨਿਆ ਕਰੂਗਾ, ਉਹ ਫਿਰ ਸ੍ਰੇਸ਼ਟ ਰਸਤੇ ਦੇ ਉੱਪਰ ਚੱਲਿਆ ਕਰੂਗਾ। ਹਰ ਖਾਵਤ ਹੋ ਤੁਮ ਬੂਝਤ ਔਰ ਵਿਚਾਰ ਕਰੋ ਕੁਛ ਨਾਹੀ। ਕੋਈ ਵਿਚਾਰ ਨਾ ਕਰੋ ਮਰਦਾਨਾ ਜੀ, ਜਦੋਂ ਤੁਸੀਂ ਮੇਰੇ ਕੋਲੋਂ ਪੁੱਛਦੇ ਹੋ ਮੈਂ ਤਾਂ ਖੁਸ਼ ਹੁੰਦਾ ਹਾਂ। ਫਿਰ ਸਵਈਆ ਸੋ ਸਿੱਖ ਜਾਨ ਭਲੇ ਹੈ ਪ੍ਰਵੀਨ ਸੰਦੇਹ ਹਿਰਦੇ ਗੁਰ ਬੂਝਤ ਜੋ। ਮਹਾਰਾਜ ਕਹਿੰਦੇ ਉਹ ਸਿੱਖ ਬੜਾ ਸਿਆਣਾ ਹੈ, ਬੜਾ ਭਲਾ ਹੈ, ਜਿਹਦੇ ਮਨ ਦੇ 'ਚ ਕੋਈ ਸ਼ੰਕਾ ਹੋਵੇ ਉਹ ਅੰਦਰ ਹੀ ਨਾ ਕੁੜੀ ਜਾਵੇ, ਅੰਦਰ ਹੀ ਨਾ ਸੜੀ ਜਿਹਾ ਜਾਵੇ, ਉਹ ਆਪਣੇ ਗੁਰੂ ਨੂੰ ਪੁੱਛ ਲਵੇ। ਸੰਕਤ ਜੈ ਮਨ ਹੋਏ ਨਿਸੰਕ। ਸ਼ੰਕਾ ਜਿਹੜਾ ਹੈ ਉਹਦਾ ਤਿਆਗ ਕਰ ਦੇਵੇ, ਗੁਰੂ ਨੂੰ ਪੁੱਛ ਕਰਕੇ ਸ਼ੰਕੇ ਤੋਂ ਰਹਿਤ ਹੋ ਜਾਵੇ। ਬਿਨਾ ਕਰ ਕੈ ਨਿਰਸੰਸਤ ਹੋਊ। ਬੇਨਤੀ ਕਰ ਲਵੇ ਆਪਣੇ ਗੁਰੂ ਦੇ ਅੱਗੇ, ਜਿਹੜਾ ਸ਼ੰਕਾ ਹੈ ਫਿਰ ਸੰਸੇ ਤੋਂ ਰਹਿਤ ਹੋ ਜਾਵੇ। ਸੋ ਗੁਰੂ ਹੈ ਗਤਦਾਇਕ ਜਨ ਹੋ ਦਾਸ ਸੰਦੇਸ਼ ਵੈ ਦਿਓ ਹੋਊ। ਉਹ ਗੁਰੂ ਵੀ ਗਤਦਾਇਕ ਮੁਕਤੀ ਦਾ ਦਾਤਾ ਹੈ, ਜਿਹੜਾ ਆਪਣੇ ਸੇਵਕਾਂ ਦੇ ਸੰਸੇ ਨੂੰ ਦੂਰ ਕਰ ਦੇਵੇ। ਜੋ ਕਰ ਹੋਏ ਸੁਖੀ ਪੁਨ ਨਾਤਰ ਬੰਚਕ ਹੈ ਨਿਜ ਸਵਾਰਥੀ ਹੋ ਦੋ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਦੋਨੋਂ ਹੀ ਸੁਖੀ ਹੋ ਜਾਂਦੇ ਨੇ, ਗੁਰੂ ਵੀ ਸੁਖੀ ਹੁੰਦਾ, ਸੇਵਕ ਵੀ ਸੁਖੀ ਹੁੰਦਾ। ਪਰ ਜੇ ਸ਼ੰਕਾ ਜਿਹੜਾ ਹੈ ਆਪਣੇ ਗੁਰੂ ਦੇ ਅੱਗੇ ਨਹੀਂ ਰੱਖਦਾ ਤੇ ਗੁਰੂ ਸ਼ੰਕਾ ਨਿਵਰਤ ਨਹੀਂ ਕਰਦਾ ਤਾਂ ਦੋਨੋਂ ਹੀ ਦੁਖੀ ਹੁੰਦੇ ਨੇ। ਸੇਵਕ ਜਿਹੜਾ ਹੈ ਉਹ ਗੁਰੂ ਜਿਹੜਾ ਸਵਾਰਥੀ ਹੈ, ਸੇਵਕ ਜਿਹੜਾ ਹੈ ਉਹ ਠੱਗ ਦੇ ਸਮਾਨ ਹੈ। ਜਾਂ ਗੁਰੂ ਠੱਗਣ ਵਾਲਾ ਹੈ, ਸੇਵਕ ਸਵਾਰਥੀ ਹੈ। ਸਵਈਆ ਸੇਵਕ ਕੋ ਗੁਰ ਕੋ ਸੰਬੰਧ ਭਲੋ ਇਹ ਹੈ ਤੁਮ ਸੋ ਜੋ ਉਚਾਰਾ। ਜਿਹੜਾ ਇਹ ਬਚਨ ਅਸੀਂ ਉਚਾਰਿਆ ਸੇਵਕ ਦਾ ਤੇ ਗੁਰੂ ਦਾ, ਪੁੱਛੈ ਗੁਰ ਤੇ ਸੁਭ ਸਿੱਖ ਤਦਪ ਗਿਆਨਵਾਨ ਹੋਵੇ ਭੀ ਜਦਪ। ਭਾਵੇਂ ਸਿੱਖ ਜਿਹੜਾ ਹੈ ਉਹ ਗਿਆਨਵਾਨ ਵੀ ਹੋ ਜਾਵੇ, ਆਪਣੇ ਗੁਰੂ ਤੋਂ ਪੁੱਛ ਕੇ ਗੱਲ ਕਰੇ। ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। ਅਕਲ ਦੇ ਨਾਲ ਹੀ ਕੰਮ ਕੀਤਾ ਜਾਂਦਾ। ਅਕਲ ਮਿਲਦੀ ਹੈ ਗੁਰੂ ਤੋਂ, ਮੱਤ ਮਿਲਦੀ ਹੈ ਗੁਰ ਕੀ ਮੱਤ ਤੂਲੇ ਇਆਨੇ। ਗੁਰੂ ਦੀ ਮੱਤ ਲੈਣੀ ਕਰੇ। ਮਹਾਰਾਜ ਜੀ ਕਹਿੰਦੇ ਉਹ ਸਿੱਖ ਤੇ ਉਹ ਗੁਰੂ ਜਿਹੜਾ ਹੈ ਦੋਨੋਂ ਹੀ ਭਲੇ ਹੋਇਆ ਕਰਦੇ ਆ। ਗੁਜਰ ਦੇ ਸੰਦੇਹ ਸਬੈ ਗੁਰ ਤਾਹੇ ਬਤਾਈ ਕਹਿ ਦੇਤ ਵਿਦਾਰਾ। ਜਿਹੜਾ ਹਿਰਦੇ ਦਾ ਸ਼ੰਕਾ ਹੈ ਗੁਰੂ ਤੋਂ ਪੁੱਛ ਲਵੇ ਤੇ ਗੁਰੂ ਜਿਹੜਾ ਹੈ ਫਿਰ ਉਹ ਸ਼ੰਕੇ ਨੂੰ ਦੂਰ ਕਰ ਦੇਵੇ। ਸੇਵਕ ਬੂਝ ਬਤਾਏ ਗੁਰੂ ਨਹਿ ਸੋ ਗੁਰ ਤਿਆਗ ਨਾ ਲਓ ਅਵਾਰਾ। ਸੇਵਕ ਪੁੱਛਦਾ ਗੁਰੂ ਨੂੰ, ਗੁਰੂ ਉਹਦਾ ਕੋਈ ਜਵਾਬ ਨਹੀਂ ਦਿੰਦਾ ਜਾਂ ਗੁਰੂ ਕੋਲੇ ਉਹਦਾ ਕੋਈ ਜਵਾਬ ਹੈ ਨਹੀਂ। ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਇਹੋ ਜਿਹੇ ਗੁਰੂ ਨੂੰ ਤਿਆਗਦਿਆਂ ਹੋਏ ਦੇਰੀ ਨਾ ਕਰੋ, ਗੁਰੂ ਦਾ ਨਾਲ ਦੀ ਨਾਲ ਤਿਆਗ ਕਰ ਦਿਓ। ਤਾਂ ਟਿਕ ਤੇ ਗਤ ਪ੍ਰਾਪਤ ਹੋਤ ਨਾ। ਉਹਦੇ ਕੋਲੋਂ ਗਤੀ ਪ੍ਰਾਪਤ ਨਹੀਂ ਹੁੰਦੀ, ਸ਼ੰਕਾ ਨਹੀਂ ਮਿਟਦਾ। ਆਪ ਤਰੈਨ ਹੈ ਕਯੋ ਸਿਖ ਤਾਰਾ। ਨਾ ਉਹ ਗੁਰੂ ਆਪ ਤਰਦਾ, ਨਾ ਉਹ ਆਪਣੇ ਸਿੱਖਾਂ ਨੂੰ ਤਾਰ ਸਕਦਾ ਹੈ। ਸਵਈਆ ਭੂਖ ਪਿਆਸ ਗਈ ਤਨ ਤੇ ਪੁਨ ਤਾ ਦਿਨ ਤੇ ਨਹਿ ਸੋ ਕਬ ਹੋਈ। ਉਸ ਦਿਨ ਤੋਂ ਭਾਈ ਮਰਦਾਨਾ ਜੀ ਭੁੱਖ ਤੇ ਪਿਆਸ ਸਾਰੀ ਦੂਰ ਹੋ ਗਈ ਹੈ। ਬੈਨ ਸੁਨੇ ਗੁਰ ਕੇ ਹਰ ਕਾ ਪਦ ਬੰਦਤ ਹੈ ਕਰ ਬੰਦ ਕਹਿ ਦੋਈ। ਮਹਾਰਾਜ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ, ਦੋਨੋਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਆ। ਪੂਜਨ ਤੇ ਨਿਰਸੰਸ ਪਇਓ ਮਨ ਸੰਕ ਗਵਾਏ ਰਹੀ ਨਹਿ ਕੋਈ। ਮਨ ਦਾ ਸਾਰਾ ਸੰਕਾ ਦੂਰ ਹੋ ਗਿਆ, ਪੁੱਛਣ ਤੋਂ ਰਹਿਤ ਹੋ ਗਏ ਭਾਈ ਮਰਦਾਨਾ ਜੀ। ਸ੍ਰੀ ਗੁਰੂ ਨਾਨਕ ਸੰਗ ਫਿਰਿਓ ਸਫਲੀ ਨਿਜ ਦੇਹ ਕੋ ਮਾਨਤ ਸੋਈ। ਇਸ ਤਰ੍ਹਾਂ ਮਹਾਰਾਜ ਬਚਨ ਮੰਨ ਕੇ ਭੁੱਖ ਪਿਆਸ ਤੋਂ ਦੁੱਖ ਤੋਂ ਰਹਿਤ ਹੋ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਆ। ਸਵਈਆ ਭੂਖ ਪਿਪਾਸ ਲਗੈ ਨਾ ਤੁਮੈ ਕਹਿ ਕਾਰਨ ਬੂਝਤ ਹੈ ਮਰਦਾਨਾ। ਹੁਣ ਭਾਈ ਮਰਦਾਨਾ ਜੀ ਇੱਕ ਹੋਰ ਬਚਨ ਪੁੱਛਣ ਲੱਗੇ, ਕਹਿੰਦੇ ਮਹਾਰਾਜ ਮੇਰੀ ਤਾਂ ਭੁੱਖ ਹੁਣ ਤੁਸੀਂ ਆ ਜਲ ਛਕਾ ਕੇ ਦੂਰ ਕਰ ਦਿੱਤੀ। ਜਲ ਦਾ ਤਾਂ ਬਹਾਨਾ ਤੁਸੀਂ ਮਿਹਰ ਨਦਰ ਕਰ ਦਿੱਤੀ ਹੈ, ਮਹਾਰਾਜ ਜੀ ਭੁੱਖ ਦੂਰ ਕਰ ਦਿੱਤੀ। ਪਰ ਮਹਾਰਾਜ ਇੱਕ ਸ਼ੰਕਾ ਹੈ, ਤੁਸੀਂ ਕਿਹਾ ਵੀ ਸ਼ੰਕਾ ਗੁਰੂ ਦੇ ਅੱਗੇ ਰੱਖ ਦੇਵੇ, ਐਵੇਂ ਅੰਦਰ ਹੀ ਨਾ ਰੱਖੇ। ਹੁਣ ਮੇਰਾ ਸ਼ੰਕਾ ਦੂਰ ਕਰਨਾ ਕਰੋ, ਦੁਬਾਰਾ ਪੜ੍ਹਦੇ ਹੋ ਜੀ। ਭੂਖ ਪਿਪਾਸ ਲਗੈ ਨਾ ਤੁਮੈ ਕਹਿ ਕਾਰਨ ਬੂਝਤ ਹੈ ਮਰਦਾਨਾ। ਮਹਾਰਾਜ ਜੀ ਨਾ ਤੁਹਾਨੂੰ ਭੁੱਖ ਲੱਗਦੀ ਹੈ ਨਾ ਤੁਹਾਨੂੰ ਪਿਆਸ ਲੱਗਦੀ ਹੈ, ਇਹਦਾ ਵੀ ਕਾਰਨ ਦੱਸ ਦਿਓ।
ਦਾਲ ਦੁਸਾਲ ਬਿਹਾਵਤ ਹੈ ਬਿਨ ਭੋਜਨ ਤੇ ਨਹਿ ਪਾਨ ਕੋ ਪਾਨਾ। ਸਾਲ 2-2 ਸਾਲ ਬਤੀਤ ਕਰ ਦਿੰਦੇ ਹੋ ਭੋਜਨ ਤੋਂ ਬਗੈਰ ਮਹਾਰਾਜ, ਨਾ ਪਾਣੀ ਪੀਂਦੇ ਹੋ। ਕੌਣ ਆਹਾਰ ਆਧਾਰ ਰਹਿ ਨਿਰਧਾਰ ਕਹੋ ਮੁਝ ਕੋ ਗੁਣ ਖਾਨਾ। ਕਿਹੜੇ ਭੋਜਨ ਦੇ ਆਸਰੇ ਰਹਿੰਦੇ ਹੋ ਮਹਾਰਾਜ, ਕਿਰਪਾ ਕਰੋ ਨਿਸੰਸੇ ਹੋ ਕੇ ਇਹਦਾ ਮੈਨੂੰ ਉੱਤਰ ਦੇ ਕੇ ਮੇਰਾ ਸੰਸਾ ਦੂਰ ਕਰੋ ਜੀ। ਹੈ ਜੋ ਸੰਦੇਹ ਹਿਰਦੈ ਹਮਰੀ ਇਹ ਦੇਹ ਮਿਟਾਈ ਕਰੋ ਪ੍ਰਸਥਾਨਾ। ਆ ਸ਼ੰਕਾ ਮੇਰਾ ਇਹ ਦੂਰ ਕਰ ਦੋ ਮਹਾਰਾਜ, ਫਿਰ ਆਪਾਂ ਅੱਗੇ ਚੱਲਦੇ ਆਂ। ਸਵਈਆ ਸ੍ਰੀ ਗੁਰੂ ਬੈਨ ਪਨੇ ਸੁਨ ਕੈ ਗੁਰ ਸਿੱਖ ਭਲੇ ਮਨ ਭਾਉ ਜੋ ਧਾਰੈ। ਸੁਣ ਕੇ ਮਹਾਰਾਜ ਜੀ ਕਹਿਣਗੇ, ਮਰਦਾਨਾ ਜੀ ਗੁਰਸਿੱਖ ਜੀ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਬਹੁਤ ਜ਼ਿਆਦਾ ਪ੍ਰੇਮ ਹੈ। ਭਗਤੀ ਤਨ ਕੇ ਮਨ ਅੰਤਰ ਜੇ ਗੁਰ ਕੋ ਨਿਸ਼ਚਾ ਨਾ ਨਿਵਾਰੈ। ਗੁਰੂ ਮਹਾਰਾਜ ਜੀ ਪ੍ਰਤੀ ਭਰੋਸਾ ਜਿਹੜਾ ਡੋਲਣ ਨਹੀਂ ਦਿੰਦਾ, ਪੂਰਨ ਭਰੋਸਾ ਵੀ ਗੁਰੂ ਮੇਰਾ ਪਰਮੇਸ਼ਰ ਰੂਪ ਹੈ, ਔਰ ਗੁਰੂ ਮਹਾਰਾਜ ਬਚਨਾਂ ਨੂੰ ਮੰਨਦਾ ਹੋਇਆ ਭਗਤੀ ਬੰਦਗੀ ਕਰਦਾ ਹੈ ਗੁਰਸਿੱਖ। ਭੋਜਨ ਕੋ ਕਰ ਹੈ ਹਿਤ ਸੋ ਗੁਰ ਸਿੱਖਨ ਕੋ ਗੁਰ ਸਿੱਖ ਖੁਵਾਰੈ। ਗੁਰਸਿੱਖ ਦੂਸਰਾ ਗੁਰਸਿੱਖ ਉਸ ਗੁਰਸਿੱਖ ਨੂੰ, ਨਾਮ ਜਪਣ ਵਾਲੇ ਨੂੰ, ਗੁਰੂ ਪ੍ਰਤੀ ਭਰੋਸਾ ਧਰਨ ਕਰਨ ਵਾਲੇ ਨੂੰ ਜਿਹੜਾ ਭੋਜਨ ਛਕਾਉਂਦਾ ਹੈ। ਸੋ ਮੋਹਿ ਪ੍ਰਾਪਤ ਹੋਵਤ ਹੈ ਤਬ ਜਾਇ ਸੁਧਾਰ ਹੋ ਤਾਹੇ ਆਧਾਰੈ। ਮਹਾਰਾਜ ਜੀ ਕਹਿੰਦੇ ਉਹ ਭੋਜਨ ਜਿਹੜਾ ਹੈ ਮੈਨੂੰ ਪ੍ਰਾਪਤ ਹੋ ਜਾਂਦਾ ਹੈ, ਜਿਸ ਕਰਕੇ ਮੇਰੀ ਸਾਰੀ ਭੁੱਖ ਜਿਹੜੀ ਆ ਦੂਰ ਹੋ ਜਾਂਦੀ ਹੈ। ਪੂਰਾ ਸਾਚ ਬਚਨ ਮਮ ਜਾਨ ਇਹ ਮਰਦਾਨੇ ਮਨ ਮਾਨ। ਇਹ ਭਾਈ ਮਰਦਾਨਾ ਜੀ ਮਨ ਦੇ ਚ ਮਨ ਕਰਕੇ ਜਿਹੜਾ ਬਚਨ ਕਹਿਆ, ਮੈਂ ਐਵੇਂ ਬਨੌਟੀ ਜੇ ਬਚਨ ਨਹੀਂ ਕਹੇ, ਇਹ ਮੈਂ ਤੁਹਾਨੂੰ ਸੱਚ ਵਚਨ ਕਹਿਣਾ ਕੀਤਾ ਹੈ। ਇਹ ਕਿਸੇ ਸਮੇਂ ਅੱਗੇ ਕਥਾ ਵਿੱਚ ਆਵੇਗਾ, ਪਰ ਮੈਂ ਇੱਥੇ ਨਾਲ ਮਿਲਦੀ ਥੋੜੀ ਜਿਹੀ ਬੇਨਤੀ ਕਰ ਦਿੰਨਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ, ਰਸ ਅੰਮ੍ਰਿਤ ਖੀਰ ਘਿਆਲੀ, ਖੀਰ ਜਿਹੜੀ ਬਣਦੀ ਸੀ ਘਿਓ ਵਾਲੀ ਖੀਰ ਬਣਦੀ ਸੀ, ਬੜੇ ਸੋਹਣੇ ਲੰਗਰ ਬਣਦੇ ਸੀ, ਗੁਰਸਿੱਖ ਖਾਂਦੇ। ਪਰ ਮਹਾਰਾਜ ਜੀ ਲੂਣਾ ਦਲੀਆ ਛਕਦੇ ਸੀ, ਲੋਕ ਰਾਵੀ ਕਹਿੰਦੇ ਨੇ ਜਿਸ ਨੂੰ। ਇੱਕ ਦਿਨ ਲੰਗਰ ਤਿਆਰ ਹੋਇਆ, ਘੰਟੀ ਵੱਜੀ, ਗੁਰਸਿੱਖ ਪੰਗਤਾਂ ਲਾ ਕੇ ਬੈਠ ਗਏ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਪਹਿਲਾਂ ਆਪ ਜੀ ਲੰਗਰ ਛਕੋ, ਜਿਹੜਾ ਆ ਬਣਿਆ ਹੋਇਆ ਹੈ, ਬੜਾ ਸੋਹਣਾ ਲੰਗਰ ਬਣਿਆ, ਆਪ ਜੀ ਛਕੋ। ਮਹਾਰਾਜ ਜੀ ਕਹਿੰਦੇ, ਨਹੀਂ ਬੁੱਢਿਆ ਤੁਸੀਂ ਛਕ ਲਓ, ਸੰਗਤਾਂ ਛਕੋ, ਮੈਨੂੰ ਪਹੁੰਚ ਜੋ ਨਹੀਂ। ਮਹਾਰਾਜ ਆਪ ਜੀ ਲੂਣਾ ਦਲੀਏ ਖਾਂਦੇ ਹੋ, ਸਾਡੇ ਇੰਨੇ ਸੋਹਣੇ ਭੋਜਨ ਖਾਣ ਦਾ ਕੀ ਫਾਇਦਾ ਹੋਇਆ, ਗੁਰੂ ਲੂਣਾ ਦਲੀਆ ਖਾਵੇ। ਮਹਾਰਾਜ ਜੀ ਕਹਿੰਦੇ, ਬੁੱਢਾ ਜੀ ਜੋ ਕੁਝ ਤੁਸੀਂ ਛਕ ਲੈਂਦੇ ਹੋ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਪਰ ਸ਼ੰਕਾ ਰੱਖਿਆ ਗੁਰੂ ਮਹਾਰਾਜ ਛਕੀ ਅਸੀਂ ਤੇ ਤੁਹਾਨੂੰ ਕਿਵੇਂ ਪ੍ਰਾਪਤ ਹੋਵੇ। ਜਿਹਨੂੰ ਭੁੱਖ ਲੱਗੀ ਉਹ ਖਾਊਗਾ, ਉਹਦੀ ਭੁੱਖ ਦੂਰ ਹੋਵੇਗੀ। ਮਹਾਰਾਜ ਜੀ ਨੇ ਫੇਰ ਕਿਹਾ, ਮਿਲ ਜਾਂਦਾ। ਨਹੀਂ ਮਹਾਰਾਜ ਸ਼ੰਕਾ ਦੂਰ ਕਰੋ। ਬਾਬਾ ਬੁੱਢਾ ਜੀ ਦੇ ਮਨ ਸ਼ੰਕਾ ਨਹੀਂ, ਸੰਗਤਾਂ ਦਾ ਸ਼ੰਕਾ ਸੀ। ਉਹ ਬਾਬਾ ਬੁੱਢਾ ਜੀ ਰਾਹੀਂ, ਕਿਉਂਕਿ ਹਰ ਇੱਕ ਦੀ ਜ਼ਰੂਰਤ ਨਹੀਂ ਸੀ ਪੈਂਦੀ ਮਹਾਰਾਜ ਜੀ ਦੇ ਅੱਗੇ ਸਵਾਲ ਕਰੇ। ਮਹਾਰਾਜ ਜੀ ਕਹਿਣ ਲੱਗੇ, ਫਿਰ ਬਾਬਾ ਜੀ ਅੱਜ ਤੁਸੀਂ ਕੀ ਕੀ ਭੋਜਨ ਛਕਣਾ ਕੀਤਾ? ਕਹਿੰਦੇ, ਮਹਾਰਾਜ ਸਵੇਰ ਦੇ ਲੰਗਰ ਦੇ ਵਿੱਚ ਘਿਓ ਭੁੰਨਵੇਂ ਚੌਲ ਛਕੇ, ਮੋਤੀ ਚੂਰ ਦੇ ਲੱਡੂ ਛਕੇ ਮਹਾਰਾਜ ਜੀ, ਹੋਰ ਛੇਵੀਆਂ ਸਕੀਆਂ, ਨੁਗਦੀ ਸਕੀ ਮਹਾਰਾਜ, ਬੂੰਦੀ ਵਗੈਰਾ ਛਕੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਲ ਲੈ ਕੇ ਆਓ। ਜਲ ਲਿਆਂਦਾ ਗਿਆ, ਚਿਰਮਚੀ ਲਿਆਓ, ਬਾਟਾ ਜਿਹਾ ਹੁੰਦਾ, ਪਵਿੱਤਰ ਮੁੱਖ ਵਿੱਚ ਜਲ ਪਾਇਆ। ਉਦੋਂ ਬਾਅਦ ਮਹਾਰਾਜ ਜੀ ਨੇ ਕੁਰਲੀ ਕਰੀ, ਚਿਰਮਚੀ ਦੇ ਵਿੱਚ ਜਲ ਕੱਢਿਆ ਪਵਿੱਤਰ ਮੁੱਖ ਦੇ ਵਿੱਚੋਂ। ਜੋ ਜੋ ਭੋਜਨ ਛਕਿਆ ਸੀ ਉਹਦੀ ਅੰਸ਼ ਮਹਾਰਾਜ ਜੀ ਦੇ ਮੁੱਖ ਦੇ ਵਿੱਚੋਂ ਉਹ ਜਲ ਦੇ ਵਿੱਚ ਬਾਹਰ ਆਈ ਹੈ। ਸਾਰਿਆਂ ਦਾ ਸ਼ੰਕਾ ਦੂਰ ਹੋਇਆ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਦਾਨ ਦਿਓ ਇਨਹੀ ਕੋ ਪਲੋ ਔਰ ਕੋ ਦਾਨ ਨ ਲਾਗਤ ਨੀਕੋ। ਜਿਹੜੇ ਨਾਮ ਜਪਣ ਵਾਲੇ ਗੁਰੂ ਦੇ ਸਿੱਖ ਨੇ ਉਹਨਾਂ ਨੂੰ ਦਾਨ ਦਿੱਤਾ ਹੈ, ਭਲਾ ਹੈ, ਉਹ ਮੈਨੂੰ ਪਹੁੰਚ ਜਾਂਦਾ ਹੈ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕਿਹਾ, ਮਰਦਾਨਾ ਜੀ ਮੈਂ ਸੱਚੇ ਗੱਲ ਕਹਿ ਰਿਹਾ, ਜਿਹੜੇ ਗੁਰਸਿੱਖ ਮੇਰੇ ਤੇ ਭਰੋਸਾ ਰੱਖਣ ਵਾਲੇ, ਨਾਮ ਜਪਣ ਵਾਲੇ ਨੇ, ਪਿਆਰ ਨਾਲ ਗੁਰਸਿੱਖ ਉਹਨਾਂ ਨੂੰ ਛਕਾਉਂਦਾ, ਉਹ ਭੋਜਨ ਮੈਨੂੰ ਪਹੁੰਚ ਜਾਂਦਾ ਹੈ। ਅਸ ਕਹਿ ਗਮਨੇ ਮੇਰ ਕੋ ਸਿੱਧਨ ਖੋਵਨ ਮਾਨ। ਇਸ ਤਰ੍ਹਾਂ ਸਿੱਧਾਂ ਦਾ ਮਾਨ ਖੋਣ ਦੇ ਵਾਸਤੇ ਗੁਰੂ ਮਹਾਰਾਜ ਸਮੇਰ ਪਰਬਤ ਦੇ ਉੱਪਰ ਨੂੰ ਚੱਲ ਪਏ ਨੇ। ਅਗਲਾ 60ਵਾਂ ਜਿਹੜਾ ਅਧਿਆਇ ਆ ਸ਼ੁਰੂ ਹੋ ਰਿਹਾ ਹੈ। ਦੋਹਰਾ ਸ੍ਰੀ ਗੁਰੂ ਚਰਨ ਸਰੋਜ ਕੋ ਪ੍ਰੇਮ ਅਮੀ ਪਹਿਚਾਨ। ਗੁਰੂ ਮਹਾਰਾਜ ਸੋਹਣੇ ਚਰਨ ਕਮਲਾਂ ਦੇ ਸਮਾਨ ਜਿਹੜੇ ਨੇ
ਉਹਨਾਂ ਚਰਨਾ ਕਮਲਾਂ ਦਾ ਜਿਹੜਾ ਅੰਮ੍ਰਿਤ ਹੈ, ਚਰਨਾ ਕਮਲਾਂ ਨੂੰ ਧੋ ਕਰਕੇ ਜਿਹੜਾ ਅੰਮ੍ਰਿਤ ਹੈ, ਅਮਰ ਅਜਰ ਸੁਖ ਪਾਏ ਹੈ ਜੇ ਕਰਹੀ ਤਿਹ ਪਾਨ। ਜਿਹੜਾ ਉਸ ਚਰਨਾਂ ਦੇ ਜਲ ਨੂੰ ਛਕਦਾ ਹੈ ਉਹ ਅਮਰ ਤੇ ਅਜਰ ਸੁਖ ਪ੍ਰਾਪਤ ਕਰਦਾ ਹੈ। ਸ੍ਰੀ ਬਾਲਾ ਸੁਦਰਵਾਚ ਕਬਿਤ ਦਿਗਵਿਜੈ ਹੇਤ ਸਾਜ ਬੇਦੀ ਕੁਲ ਕੇਤ ਦਲ। ਇਹ ਭਾਈ ਸਾਹਿਬ ਜੀ ਦੀ ਕਲਮ ਦਾ ਕਮਾਲ ਹੈ। ਗੁਰੂ ਨਾਨਕ ਦੇਵ ਜੀ ਦੀ ਫੌਜ ਜਿਹੜੀ ਹੈ, ਫੌਜ ਲੈ ਕੇ ਚੜ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ। ਦਿਗਵਿਜੈ ਹੇਤ, ਸਾਰੀ ਦੁਨੀਆ ਨੂੰ ਜਿੱਤਣ ਵਾਸਤੇ। ਦੁਨੀਆ ਨੂੰ ਜਿੱਤਣ ਦਾ ਮਤਲਬ ਨਹੀਂ ਸੀ ਵਹਿਮ ਭਰਮ ਪਖੰਡ ਇਤਿਆਦਿਕ, ਜਿਹੜੀ ਕਲਯੁਗ ਦੀ ਫੌਜ ਆ ਉਸ ਨੂੰ ਹਰਾਉਣ ਦੇ ਵਾਸਤੇ ਮਹਾਰਾਜ ਜੀ ਉਹ ਫੌਜ ਦੀ ਗਿਣਤੀ ਕਰ ਰਹੇ ਨੇ। ਕਿਹੜੀ ਕਿਹੜੀ ਫੌਜ ਹੈ, ਦੁਬਾਰਾ ਪੜ੍ਹ ਦੋ ਜੀ। ਦਿਗਵਿਜੈ ਹੇਤ ਸਾਜ ਬੇਦੀ ਕੁਲ ਕੇਤ ਦਲ। ਹਾਂ, ਬੇਦੀ ਕੁਲ ਦੇ ਇਨਸਾਨ ਗੁਰੂ ਨਾਨਕ ਦੇਵ ਜੀ ਆਪਣੀ ਸੋਹਣੀ ਫੌਜ ਸਾਜ ਕਰਕੇ ਦਿਗਵਿਜੈ ਹੇਤ ਚਲੇ ਦੰਭ ਤਲਬੇ ਕੋ ਦਲ ਨ ਬਿਦਾਰਿਆ। ਦੰਭ ਪਖੰਡ ਨੂੰ ਨਾਸ਼ ਕਰਨ ਦੇ ਵਾਸਤੇ ਤੇ ਕਲਯੁਗ ਦੀਆਂ ਫੌਜਾਂ ਨੂੰ ਨਾਸ਼ ਕਰਨ ਦੇ ਵਾਸਤੇ ਚੱਲੇ ਆ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ। ਫੌਜਾਂ ਦੇ ਕੋਲੇ ਸਭ ਤੋਂ ਅੱਗੇ ਜਿਹੜਾ ਸੂਰਮਾ ਹੁੰਦਾ ਉਹ ਝੰਡਾ ਲੈ ਕੇ ਚੱਲਦਾ। ਜਿਉਂ-ਜਿਉਂ ਅੱਗੇ ਉਹ ਕਬਜ਼ਾ ਕਰਦੇ ਜਾਂਦੇ ਨੇ ਤਿਉਂ-ਤਿਉਂ ਅੱਗੇ ਝੰਡਾ ਗੱਡਦੇ ਜਾਂਦੇ ਨੇ। ਜਿਵੇਂ ਪਿੱਛੇ ਜੇ ਸੁਣਿਆ ਸੀ ਚੀਨ ਦੇ ਵਿੱਚ ਝੰਡਾ ਗੱਡਿਆ ਸੀ ਗੁਰਮੁਖ ਗੁਰਸਿੱਖਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਨੇ ਜਾ ਕਰਕੇ। ਐਵੇਂ ਜਿਵੇਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੇ ਝੰਡਾ ਕਿਹੜਾ, ਭਗਤ ਕੀ ਕੇਤ। ਕੇਤ ਕਹਿੰਦੇ ਨੇ ਉਹ ਜਿਹੜਾ ਜਿਹਦੇ ਨਾਲ ਫਰਲਾ ਬੰਨਿਆ ਹੋਇਆ ਹੁੰਦਾ ਹੈ, ਭਾਵੇਂ ਉਹ ਬਾਂਸ ਦਾ ਡੰਡਾ ਹੋਵੇ, ਭਾਵੇਂ ਉਹ ਪੈਪ ਹੋਵੇ, ਜੋ ਕੁਝ ਵੀ ਹੋਵੇ, ਉਹ ਹੈ ਭਗਤ ਦਾ ਕੇਤ। ਪਟ ਪ੍ਰੇਮ ਕੇ ਸਮੇਤ ਉੱਪਰ ਜਿਹੜਾ ਝੰਡਾ ਲਹਿਰਾਉਂਦਾ ਹੈ ਉਹ ਹੈ ਪ੍ਰੇਮ ਰੂਪੀ ਝੰਡਾ ਹੈ। ਕੀਰਤ ਨਿਸ਼ਾਨੋ ਕਹਿ ਰਾਨੋ ਕੰਨ ਭਾਰਿਆ। ਫਿਰ ਬੜਾ ਸੋਹਣਾ ਨਗਾਰਾ ਵੱਜਦਾ ਜਾਂਦਾ। ਅੱਗੇ ਅੱਗੇ ਨਗਾਰਾ ਜਦੋਂ ਵੱਜਦਾ ਹੈ, ਰਣਜੀਤ ਨਗਾਰਾ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਅੱਗੇ ਸੁਣਾਂਗੇ ਆਪਾਂ। ਜਦੋਂ ਵੱਜਿਆ ਤੇ ਪਹਾੜ ਵੀ ਕੰਬਣ ਲੱਗ ਗਏ, ਪਹਾੜੀ ਰਾਜੇ ਵੀ ਕੰਬਣ ਲੱਗੇ ਸੀ। ਨਗਾਰਾ ਹੁੰਦਾ ਫੌਜਾਂ ਦੇ ਕੋਲੇ। ਗੁਰੂ ਨਾਨਕ ਦੇਵ ਮਹਾਰਾਜ ਕੋਲ ਨਗਾਰਾ ਕਿਹੜਾ, ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ। ਕੀਰਤਨ ਸਾਨੂੰ ਕਹਿਰਾਨੋ ਕੰਨ ਭਾਰਿਆ, ਜਿਹੜਾ ਸਾਰੀ ਦੁਨੀਆ ਦੇ ਉੱਪਰ ਬਹੁਤ ਆਵਾਜ਼ ਦੇ ਰਿਹਾ। ਜਿੱਥੇ ਕਿਤੇ ਉਹ ਗੁਰੂ ਨਾਨਕ ਦੇਵ ਜੀ ਦਾ ਕੀਰਤੀ ਰੂਪੀ ਨਿਸ਼ਾਨਾ ਗਰਜ ਰਿਹਾ ਹੈ। ਗਿਆਨ ਕੋ ਖੜਗ ਤਰ ਜੁਗਤ ਕਮਾਨ ਕਰ। ਫਿਰ ਮਹਾਰਾਜ ਜੀ ਨੇ ਸ੍ਰੀ ਸਾਹਿਬ ਕਿਰਪਾਨ ਵੀ ਲੈਣੀ ਕੀਤੀ ਹੈ ਤੇ ਧਨਸ ਵੀ ਲੈਣਾ ਕੀਤਾ, ਪਰ ਦੇਖੀ ਤਾਂ ਆਪਾਂ ਕਦੇ ਹੈ ਨਹੀਂ। ਭਾਈ ਸਾਹਿਬ ਜੀ ਕਹਿੰਦੇ ਗਿਆਨ ਦੀ ਕਿਰਪਾਨ ਤੇ ਸੋਹਣੀਆਂ ਜੋਤੀਆਂ ਰੂਪੀ ਕਮਾਨ ਧਨਸ ਲਿਆ ਮਹਾਰਾਜ ਜੀ ਨੇ। ਨਾਨਾ ਦ੍ਰਿਸ਼ਟਾਂਤ ਲੀਨ ਸਿਲੀ ਮੁਖ ਧਾਰਿਆ। ਅਨੇਕਾਂ ਉਦਾਹਰਨਾਂ ਦੇ ਕਰਕੇ ਸਮਝਾਉਣਾ, ਮੰਨੋ ਇਹ ਸੋਹਣੇ ਤੀਰ ਲਏ ਹੋਏ ਆ। ਜਹਾਂ ਡੇਢ ਕੋਟ ਤਹਾਂ ਕਰਾਮਾਤ ਤੋਂ ਜਿੱਥੇ ਬਹੁਤ ਵੱਡੇ ਤਕੜੇ ਕਿਲੇ ਨੇ, ਜਿੱਥੇ ਕਿ ਕਿਰਪਾਨ ਵੀ ਸ੍ਰੀ ਸਾਹਿਬ ਵੀ ਕੰਮ ਨਹੀਂ ਕਰਦੀ, ਤੀਰ ਕੰਮ ਨਹੀਂ ਕਰਦਾ, ਹੋਰ ਗੋਲੀ ਵੀ ਉੱਥੇ ਕੰਮ ਨਹੀਂ ਕਰਦੀ। ਉੱਥੇ ਮਹਾਰਾਜ ਨੇ ਕਰਾਮਾਤ ਰੂਪੀ ਤੋਪ ਵਰਤਣੀ ਕੀਤੀ ਹੈ, ਜੋ ਆਪਾਂ ਪਿੱਛੇ ਕਈ ਸਰਵਣ ਵੀ ਕਰਕੇ ਆਏ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕਰਾਮਾਤਾਂ ਦੇਖਦੇ ਜਾਵਾਂਗੇ। ਤਾਹੀ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਜਿਵੇਂ ਤੋਪ ਦੇ ਨਾਲ ਫਿਰ ਕਿਲੇ ਨੂੰ ਢਾਹ ਦਿੰਦੇ ਨੇ, ਮੈਦਾਨ ਬਰਾਬਰ ਕਰ ਦਿੰਦੇ ਨੇ, ਐਵੇਂ ਜਿਵੇਂ ਵੱਡੇ ਵੱਡੇ ਜਿਹੜੇ ਆਕੀ ਸੀ ਉਹਨਾਂ ਨੂੰ ਢਾਹ ਕੇ ਮੈਦਾਨ ਐਨ ਸਾਫ਼ ਕਰ ਦਿੱਤਾ। ਵਿਤ ਨਾਮ ਕੋ ਭਜਨ ਨੀਕੋ ਪਹਿਰ ਸਨਾਹਿ ਤਨ। ਫਿਰ ਉੱਪਰ ਸੋਹਣੀ ਪੋਸ਼ਾਕ ਵੀ ਪਹਿਨੀ ਹੈ। ਜਿਹੜੇ ਸੂਰਮੇ ਨੇ ਉਹ ਆਪਣੇ ਸਰੀਰ ਦੇ ਉੱਪਰ ਲੋਹੇ ਦੀ ਪੋਸ਼ਾਕ ਪਹਿਨ ਲੈਂਦੇ, ਉਹਨਾਂ ਨੂੰ ਸਨਾਹ ਕਹਿੰਦੇ ਨੇ। ਉਹਦੇ ਉੱਪਰ ਗੋਲੀ ਦਾ ਵਾਰ ਨਹੀਂ ਹੁੰਦਾ, ਉਹਦੇ ਤੀਰ ਨਹੀਂ ਲੱਗਦਾ, ਹੋਰ ਸ੍ਰੀ ਸਾਹਿਬ ਵੀ ਵਾਰ ਨਹੀਂ ਕਰ ਸਕਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੋਸ਼ਾਕ ਕਿਹੜੀ ਪਹਿਨੀ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ। ਇਹ ਸੋਹਣੀ ਲੋਹੇ ਦੀ ਪੋਸ਼ਾਕ ਪਹਿਨੀ ਹੋਈ ਹੈ। ਕੋਟ ਕਦਰ ਕਤਰ ਵਾਰ ਨਾ ਕੱਟਤ ਹੈ। ਕਰੋੜਾਂ ਹੀ ਤਰਕ ਰੂਪੀ ਤਲਵਾਰਾਂ ਜਿਹੜੀਆਂ ਨੇ ਉਸ ਪੋਸ਼ਾਕ ਨੂੰ ਕੱਟ ਨਹੀਂ ਸਕਦੀਆਂ। ਨੀਗੋ ਮਨ ਰੱਖਨ ਸੇ ਪਰ ਗਹਿ ਹੱਥ ਵਿਖੈ। ਹੱਥ ਦੇ ਵਿੱਚ ਢਾਲ ਫੜੀ ਹੋਈ ਹੈ, ਜਿਹੜੇ ਦੁਸ਼ਮਣ ਦੇ ਵਾਰ ਨੂੰ ਬਚਾਉਂਦੀ ਹੈ। ਦੁਸ਼ਮਣ ਜਦੋਂ ਤਲਵਾਰ ਦਾ ਵਾਰ ਕਰਦਾ, ਢਾਲ ਸੂਰਮੇ ਅੱਗੇ ਕਰ ਦਿੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਢਾਲ ਰੱਖੀ ਹੈ, ਉਹ ਕਿਹੜੀ ਹੈ, ਆਪਣੇ ਮਨ ਨੂੰ ਨੀਵਾਂ ਰੱਖਣਾ। ਕ੍ਰੋਧ ਰੂਪ ਬਾਣ ਜਾ ਕੋ ਛੋਏ ਨਾ ਸਕਤ ਹੈ। ਕ੍ਰੋਧ ਰੂਪੀ ਬਾਣ ਤੀਰ ਜਿਹੜੇ ਨੇ ਉਹ ਨਿਮਰਤਾ ਰੂਪੀ ਢਾਲ ਦੇ ਨੇੜੇ ਨਹੀਂ ਆ ਸਕਦੇ। ਪਿੱਛੇ ਸਰਵਣ ਕਰਿਆ ਸੀ, ਕਾਜੀ ਨੇ ਮਾਰੀ ਲੱਤ ਸਾਧ ਸੰਗਤ
ਪਰ ਗੁਰੂ ਮਹਾਰਾਜ ਜੀ ਨੇ ਨੀਵਾਂ ਮਨ ਰੱਖਿਆ। ਕਦੋਂ ਵਾਰ ਹੋਇਆ ਗੁਰੂ ਨਾਨਕ ਦੇਵ ਜੀ ਦੇ ਉੱਪਰ? ਉਹ ਸੂਰਮੇ ਕਾਜੀ ਮੁੱਲਾਂ ਨੂੰ ਵੀ ਝੁਕਣਾ ਪਿਆ। ਧੀਰਜ ਸੰਤੋਖ ਸਤ ਦਾਨ ਇਸ਼ਨਾਨ ਮਤ। ਧੀਰਜ ਧਾਰਨ ਕਰਨਾ, ਸੰਤੋਖ ਧਾਰਨ ਕਰਨਾ, ਸਤ ਨਾਲ ਜੁੜਨਾ, ਦਾਨ ਕਰਨਾ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ। ਦਇਆ ਉਪਕਾਰ ਅਤ ਸਰਦਾ ਜੀ ਸ਼ਕਤ ਹੈ। ਦਇਆ ਕਰਨੀ, ਜੀਵਾਂ ਦੇ ਉੱਪਰ ਉਪਕਾਰ ਕਰਨਾ, ਸਰਦਾ ਧਾਰਨ ਕਰਨੀ, ਐਸੇ ਸੋਹਣੇ ਗੁਣ ਧਾਰਨ ਕਰੇ ਹੋਏ ਆ। ਧਰਮ ਤੇ ਆਦ ਜੋਦਾ ਔਰ ਵਡੇ ਚੜੇ ਸੰਗ। ਧਰਮ ਆਦਿਕ ਹੋਰ ਵੀ ਜਿਹੜੇ ਯੋਧੇ ਪਿੱਛੇ ਸਾਰੇ ਗਿਣੇ ਹਨ, ਧੀਰਜ ਸੰਤੋਖ ਸਤ ਦਾਨ ਤੇ ਇਸ਼ਨਾਨ ਆਦਿਕ, ਇਹ ਸਾਰੇ ਯੋਧੇ ਗੁਰੂ ਨਾਨਕ ਦੇਵ ਜੀ ਦੇ ਨਾਲ ਜਾ ਰਹੇ ਨੇ। ਜੀਤ ਵੇ ਕੋ ਮੋਹ ਮਾਰ ਮਾਰੀ ਹੀ ਰਟਤ ਮੋਹ ਰੂਪੀ ਸੂਰਮੇ ਨੂੰ, ਮੋਹ ਰੂਪੀ ਰਾਜੇ ਨੂੰ, ਮੋਹ ਦੀ ਫੌਜ ਅੱਗੇ ਆਪਾਂ ਨੂੰ ਆਊ ਜਦੋਂ ਕਲਯੁਗ ਨਾਲ ਮਹਾਰਾਜ ਜੀ ਦੀ ਵਾਰਤਾ ਹੋਊਗੀ, ਉਦੋਂ ਕਲਯੁਗ ਦੀ ਫੌਜ ਵੀ ਦੱਸਣਗੇ। ਮੋਹ ਰੂਪੀ ਰਾਜਾ ਹੈ, ਸੋ ਮੋਹ ਰੂਪੀ ਰਾਜੇ ਨੂੰ ਜਿੱਤਣ ਦੇ ਵਾਸਤੇ ਮਾਰ ਹੀ ਕਰਦੇ ਜਾ ਰਹੇ ਹਨ। ਇਸ ਪ੍ਰਕਾਰ ਜਬ ਚਲੇ ਮੇਰ ਪੈ ਜਾਨ ਕੋ। ਇਸ ਤਰ੍ਹਾਂ ਜਦੋਂ ਸਮੇਰ ਪਰਬਤ ਤੇ ਜਾਣ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਇਹ ਫੌਜਾਂ ਲੈ ਕਰਕੇ ਚੱਲੇ ਆ। ਸਖਤ ਸਹਿਤ ਸਭ ਸਿੱਧ ਤਰਤ ਜਹ ਮਾਨ ਕੋ। ਜਿੱਥੇ ਬੜੀਆਂ ਸ਼ਕਤੀਆਂ ਵਾਲੇ ਸਿੱਧ ਹਨ, ਬਹੁਤ ਹੰਕਾਰ ਧਾਰਨ ਕਰਿਆ ਹੋਇਆ ਜਿਨ੍ਹਾਂ ਨੇ, ਤਿਨ ਕੋ ਜੀਤਨ ਭਲੇ ਬਾਤ ਇਹ ਇਉਂ ਪਈ। ਉਹਨਾਂ ਨੂੰ ਜਿੱਤਣ ਵਾਸਤੇ, ਉਹਨਾਂ ਨੂੰ ਭਲੇ ਰਸਤੇ ਪਾਉਣ ਦੇ ਵਾਸਤੇ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਚੱਲੇ ਨੇ। ਦੂਸਰੇ ਪਾਸੇ ਸਿੱਧਾਂ ਵਿੱਚ ਇਹ ਗੱਲ ਹੋਈ ਹੈ। ਬਹੁਤ ਗੋਰਖ ਕੀ ਸੁਨੋ ਹਿਰਦੇ ਜਿਉ ਤਿਨ ਠਈ। ਸਾਧ ਸੰਗਤ ਜੀ ਸੁਣੋ, ਹੁਣ ਗੋਰਖ ਦੀ ਵੀ ਗੱਲ ਸੁਣੋ, ਜਿਵੇਂ ਉਹਦੇ ਹਿਰਦੇ ਦੇ ਵਿੱਚ ਗੱਲ ਆਈ ਹੈ। ਦੋਹਰਾ ਪਰਥਰ ਪੂਰਬ ਜਬ ਮਿਲਿਓ ਸੁਨੇ ਬਚਨ ਤਤਸਾਰ। ਆਪਾਂ ਸਰਵਣ ਕਰਿਆ ਸੀ ਭਰਥਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲੋਂ ਸੋਹਣੇ ਬਚਨ ਸੁਣੇ ਸੀ। ਗੋਰਖ ਟਿਕ ਗਮਨਿਓ ਤਬਹਿ ਬੰਦਿਓ ਪਦ ਸਿਰ ਧਾਰ। ਗੁਰੂ ਮਹਾਰਾਜ ਤੋਂ ਉਪਦੇਸ਼ ਲੈ ਕੇ ਉਸ ਸਮੇਂ ਭਰਥਰੀ ਆਪਣੇ ਗੁਰੂ ਗੋਰਖ ਦੇ ਕੋਲੇ ਗਿਆ, ਜਾ ਕੇ ਨਮਸਕਾਰ ਕੀਤੇ। ਅੜਲ ਸੁਨੋ ਗੁਰੂ ਜੀ ਬੈਨ ਤਰਾ ਪ੍ਰਭ ਅਵਤਰੇ। ਭਰਥਰੀ ਕਹਿਣ ਲੱਗਿਆ, ਗੁਰੂ ਗੋਰਖ ਜੀ ਸੁਣੋ ਮੇਰੀ ਬੇਨਤੀ। ਪਰਮੇਸ਼ਰ ਆਪ ਦੁਨੀਆ ਦੇ ਉੱਪਰ ਮਨੁੱਖ ਦਾ ਸਰੀਰ ਧਾਰਨ ਕਰਕੇ ਅਵਤਾਰ ਧਾਰ ਕੇ ਆਇਆ ਹੈ। ਮਿਲਿਓ ਦੇਵ ਰਿਖ ਮੋਹ ਤਬੈ ਤਿਨ ਸੁਧ ਕਰੇ। ਮੈਨੂੰ ਦੇਵ ਰਿਖੀ ਨਾਰਦ ਜੀ ਮਿਲੇ ਸੀ, ਉਸ ਸਮੇਂ ਉਹਨਾਂ ਨੇ ਮੈਨੂੰ ਖਬਰ ਦਿੱਤੀ ਸੀ ਵੀ ਪਰਮੇਸ਼ਰ ਆਊਗਾ। ਮੈਂ ਬੈਠਿਓ ਇੱਕ ਥਾਨ ਤਹਾਂ ਸੋ ਆਈ ਕੈ। ਮੈਂ ਇੱਕ ਜਗ੍ਹਾ ਬੈਠਾ ਤਪ ਕਰ ਰਿਹਾ ਸੀ, ਉੱਥੇ ਮੈਨੂੰ ਮਿਲੇ ਆ ਕਰਕੇ। ਉਹ ਪ੍ਰਸ਼ਨ ਉਤਰ ਕਹਿ ਸਾਰ ਰਹਿਓ ਹਰ ਖਾਈ ਕੈ। ਮੈਨੂੰ ਆ ਕੇ ਮਿਲੇ ਤੇ ਮੇਰੇ ਪ੍ਰਸ਼ਨਾਂ ਦਾ ਬੜਾ ਸੋਹਣਾ ਉੱਤਰ ਦੇ ਕੇ ਮੈਨੂੰ ਉਹਨਾਂ ਨੇ ਕਿਰਪਾ ਕੀਤੀ, ਖੁਸ਼ ਕੀਤਾ। ਮਿਲੋ ਜਾਏ ਕਹਿ ਥਾਨ ਪੰਥ ਨਿਜ ਆਨਿਏ। ਕਿਰਪਾ ਕਰੋ, ਹੁਣ ਉਹਨਾਂ ਨੂੰ ਮਿਲੋ, ਉਹਨਾਂ ਨੂੰ ਮਿਲ ਕਰਕੇ ਨਾ ਤੁਸੀਂ ਆਪਣੇ ਪੰਥ ਦੇ ਵਿੱਚ ਲਿਆਉਣਾ ਕਰੋ। ਦੀਜੈ ਤਹਿ ਉਪਦੇਸ਼ ਜੋਗ ਗੁਣ ਗਾਨੇ। ਉਹਨਾਂ ਨੂੰ ਆਪਣੇ ਪੰਥ ਦੇ ਸੋਹਣੇ ਗੁਣ ਦੱਸ ਕਰਕੇ ਉਹਨਾਂ ਨੂੰ ਫਿਰ ਆਪਣਾ ਉਪਦੇਸ਼ ਦੇਣਾ ਕਰੋ। ਪੂਜੇ ਜਗਤ ਵਿਸਾਲ ਆਪ ਕੋ ਬਿਦਤ ਹੀ। ਫੇਰ ਪ੍ਰਗਟ ਹੀ ਸਾਰਾ ਸੰਸਾਰ ਤੁਹਾਡੀ ਪੂਜਾ ਕਰੇਗਾ, ਜੇ ਕਿਤੇ ਉਹ ਤੁਹਾਡੇ ਪੰਥ ਦੇ ਵਿੱਚ ਰਲ ਜਾਣ। ਉਸ ਜਸ ਹੋਏ ਵਿਸਤਾਰ ਬ੍ਰਹਮੰਡ ਹੈ ਜਹ ਤਹੀ। ਸਾਰੀ ਧਰਤੀ ਦੇ ਉੱਪਰ ਤੁਹਾਡਾ ਫਿਰ ਬੜਾ ਜਸ ਫੈਲ ਜਾਊਗਾ। ਜੋ ਨ ਲਖੋ ਮਨ ਮਾਹੇ ਪ੍ਰਭੂ ਕਿਉ ਮਗ ਪਰੇ। ਐ ਗੁਰੂ ਗੋਰਖ ਜੀ, ਇਹ ਨਾ ਗੱਲ ਜਰਨੀ ਕਰੋ ਵੀ ਪਰਮੇਸ਼ਰ ਸੰਸਾਰ ਦੇ ਉੱਪਰ ਅਵਤਾਰ ਧਾਰ ਕੇ ਕਿਉਂ ਆਇਆ ਹੈ। ਉਹ ਪਰਮੇਸ਼ਰ ਸਾਡਾ ਉਪਦੇਸ਼ ਕਿਵੇਂ ਲਵੇਗਾ, ਸਾਨੂੰ ਕਿਵੇਂ ਗੁਰੂ ਧਾਰਨ ਕਰੇਗਾ। ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੁਰ ਕਰੇ। ਦੇਖੋ ਰਾਮ ਕ੍ਰਿਸ਼ਨ ਜੀ ਵੀ ਆਏ ਨੇ, ਪਰਮੇਸ਼ਰ ਅਵਤਾਰ ਧਾਰਨ ਕਰਕੇ ਆਏ ਉਹਨਾਂ ਦੇ ਰੂਪ ਦੇ ਵਿੱਚ। ਉਹਨਾਂ ਨੇ ਵੀ ਸੰਸਾਰ ਤੇ ਆ ਕੇ ਗੁਰੂ ਧਾਰਨ ਕਰੇ ਆ। ਜਾਇ ਦਿਓ ਉਪਦੇਸ਼ ਜਹਾਂ ਮਿਲ ਜਾਵਈ। ਜਾਓ ਹੁਣ ਤੁਸੀਂ ਮਿਲੋ, ਉਹਨਾਂ ਨੂੰ ਜਾ ਕੇ ਉਪਦੇਸ਼ ਦੇਣਾ ਕਰੋ ਜਿੱਥੇ ਵੀ ਮਿਲ ਜਾਣ। ਹੋ ਲੈ ਜੋਗ ਕੇ ਧਾਰ ਸੁਜਸ ਜਗ ਛਾਵਈ। ਜੇ ਉਹ ਜੋਗ ਧਾਰਨ ਕਰ ਲੈਣ, ਤੁਹਾਡੇ ਚੇਲੇ ਬਣ ਜਾਣ, ਤੁਹਾਡਾ ਸੰਸਾਰ ਤੇ ਬੜਾ ਜਸ ਛਾ ਜਾਵੇਗਾ। ਦੋਹਰਾ ਸੁਨ ਗੋਰਖ ਮਨ ਮਹਿ ਲਖੀ ਸਕਤਵਾਨ ਹੈ ਕੋਈ। ਸੁਣ ਕਰਕੇ ਗੋਰਖ ਨੇ ਮਨ ਦੇ ਵਿੱਚ ਜਾਣਨੀ ਕੀਤੀ ਵੀ ਬੜਾ ਸ਼ਕਤੀ ਵਾਲਾ ਕੋਈ ਅਵਤਾਰ ਹੋ ਸਕਦਾ ਹੈ। ਸ਼੍ਰੀ ਵਿਸ਼ਨੂੰ ਅਵਤਾਰ ਜੋ ਅਬ ਕਲ ਮਹਿ ਕਿਉ ਹੋਈ। ਤੇ ਜੇ ਵਿਸ਼ਨੂੰ ਦਾ ਅਵਤਾਰ ਮੰਨ ਲਈਏ ਤੇ ਉਹਨਾਂ ਨੂੰ ਕਲਯੁਗ ਵਿੱਚ ਆਉਣ ਦੀ ਕੀ ਲੋੜ ਪਈ ਹੈ। ਸੋਰਠ ਤਦਪ ਜੀਤ ਕਰ ਤਾਹੇ ਮੈਂ ਆਨੋ ਨਿਜ ਪੰਥ ਮੈਂ। ਭਾਵੇਂ ਵਿਸ਼ਨੂੰ ਜੀ ਵੀ ਅਵਤਾਰ ਧਾਰਨ ਕਰਕੇ ਆਏ ਹੁਣ, ਪਰ ਮੈਂ ਜਾਣਾ ਹੁਣ ਮੈਂ ਮਿਲਦਾ ਉਹਨਾਂ ਨੂੰ ਆਪਣੇ ਪੰਥ ਵਿੱਚ ਲਿਆਉਣਾ ਕਰਾਂਗਾ। ਅਸ ਬਿਦ ਧਰ ਉਰ ਮਾਹੀ ਕੀਨ ਪਿਆਨ ਮੇਰ ਤੇ। ਇਸ ਤਰ੍ਹਾਂ ਮਨ ਵਿੱਚ ਹਿਰਦੇ ਵਿੱਚ ਇਹ ਗੱਲ ਧਾਰਨ ਕਰਕੇ ਤੇ ਜਿਹੜਾ ਗੋਰਖ ਸੀ ਉਹ ਵੀ ਸਮੇਰ ਪਰਬਤ ਨੂੰ ਚਲੇ ਗਿਆ। ਇਹ ਤੋਂ ਇਹ ਭਾਵ ਹੁੰਦਾ ਹੈ ਵੀ ਸਮੇਰ ਪਰਬਤ ਦੇ ਉੱਪਰ ਨਹੀਂ ਸੀ ਬੈਠੇ,
ਥੋੜਾ ਜਿਹਾ ਇੱਧਰ ਉੱਧਰ ਕਿਸੇ ਪਹਾੜਾਂ ਦੇ ਉੱਪਰ ਬੈਠੇ ਹੋਣਗੇ। ਉਤ ਗੋਰਖ ਜੋ ਕੀਨ ਗੁਰੂ ਕਥਾ ਇਤ ਹੀ ਸੁਨੋ। ਇਸ ਤਰ੍ਹਾਂ ਗੋਰਖ ਨੇ ਇਹ ਮਨ ਵਿੱਚ ਛਾਨਣੀ ਕੀਤੀ, ਚੱਲ ਪਿਆ ਉਧਰ ਗੁਰੂ ਮਹਾਰਾਜ ਜੀ ਦੀ ਕਥਾ ਸੁਣੋ ਭਾਈ। ਗਮਨੇ ਪ੍ਰਭੂ ਪ੍ਰਵੀਨ ਜਿਨ ਬਾਣੀ ਤੇ ਸ਼ਾਂਤ ਹੋਵੇ। ਜਿਨ੍ਹਾਂ ਦੀ ਬਾਣੀ ਸੁਣਨ ਦੇ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਹ ਗੁਰੂ ਨਾਨਕ ਦੇਵ ਜੀ ਵੀ ਚੱਲ ਪਏ ਹਨ। ਛੱਬੇ ਪ੍ਰਸਥਾਨੇ ਗੁਣ ਖਾਨ ਹਨਨ ਸਭ ਸਿੱਧਨ ਮਾਨਾ। ਸਾਰੇ ਸਿੱਧਾਂ ਦਾ ਮਾਣ ਦੂਰ ਕਰਨ ਦੇ ਵਾਸਤੇ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਚੱਲ ਪਏ ਆ। ਗਏ ਹਿਮਾਚਲ ਊਰਦ ਦੇਖ ਬੋਲਿਓ ਮਰਦਾਨਾ। ਹਿਮਾਚਲ ਪਰਬਤ ਦੇ ਉੱਪਰ ਚਲੇ ਗਏ, ਦੇਖ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸੇਤ ਹੀ ਸੇਤ ਸਥਾਨ ਜਹਾਂ ਕਹਿ ਸਰਬ ਦਿਸ਼ਾ ਵਹੀ। ਮਹਾਰਾਜ ਜਿੱਥੇ ਵੀ ਦੇਖ ਰਹੇ ਆ ਚਿੱਟਾ ਚਿੱਟਾ ਹੀ ਜਗ੍ਹਾ ਦਿਸ ਰਹੀ ਹੈ ਹਰ ਜਗ੍ਹਾ। ਰਚਨਾ ਇਹ ਭਗਵੰਤਰ ਦੇ ਕਛ ਸਮਝ ਨਾ ਆਵਹੀ। ਇਹ ਪਰਮੇਸ਼ਰ ਦੀ ਰਚਨਾ ਜਿਹੜੀ ਹੈ ਮਹਾਰਾਜ ਦੇਖ ਕਰਕੇ ਕੋਈ ਸਮਝ ਨਹੀਂ ਆਉਂਦੀ ਉਹਦੀ ਰਚਨਾ ਕਿਹੋ ਜੀ ਹੈ। ਕਹੋ ਸਰਬ ਬਿਰਤਾਂਤ ਇਹ ਨਾਮ ਪਹਾੜ ਬਖਾਨ ਕਰ। ਸਾਰਾ ਬਿਰਤਾਂਤ ਪ੍ਰਸੰਗ ਮੈਨੂੰ ਦੱਸੋ, ਤੇ ਆਹ ਪਹਾੜ ਜਿਹੜੇ ਤੇ ਆਪਾਂ ਆਏ ਆ ਇਹਦਾ ਨਾਮ ਵੀ ਦੱਸ ਦਿਓ ਮਹਾਰਾਜ ਜੀ। ਜਿਸ ਰੋਨਨ ਮੈਂ ਸੁਨ ਬੈਨ ਕੋ ਬੋਲੇ ਮੁਕਤੇ ਜਗਤ ਗੁਰ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕਰਕੇ ਭਾਈ ਮਰਦਾਨਾ ਜੀ ਦੇ ਕੋਲੋਂ ਕਹਿਣ ਲੱਗੇ, ਦੋਹਰਾ ਨਾਮ ਹਿਮਾਲੈ ਸੈਲ ਕੋ ਬੋਹਰ ਸੇਤ ਜੋ ਦੇਖ। ਮਹਾਰਾਜ ਜੀ ਕਹਿਣ ਲੱਗੇ, ਮਰਦਾਨਾ ਜੀ ਇਹਦਾ ਨਾਮ ਪਹਾੜ ਦਾ ਹਿਮਾਲਾ ਪਰਬਤ ਹੈ। ਬਾਕੀ ਜਿਹੜਾ ਤੂੰ ਪ੍ਰਸ਼ਨ ਕਰਿਆ ਵੀ ਆ ਚਿੱਟਾ ਚਿੱਟਾ ਦਿਸ ਰਿਹਾ ਹੈ, ਬਰੀ ਬਰਫ ਸੋ ਜਮ ਰਹੀ ਸੀਤੇ ਕਰਹਿ ਵਿਸੇਖ। ਇਹ ਸਾਰੀ ਬਰਫ਼ ਜੰਮੀ ਪਈ ਹੋਈ ਹੈ, ਜੰਮੀ ਹੋਈ ਹੈ, ਜਿਹੜੀ ਬਹੁਤ ਜ਼ਿਆਦਾ ਠੰਡ ਪਹੁੰਚਾਉਂਦੀ ਹੈ। ਭਈਆ ਪਾਂਡਵ ਆਨ ਗਰੇ ਇਸ ਮੈਂ ਖਗ ਜਾਵਤ ਜਾ ਪਰ ਸੋ ਗਰ ਜਾਈ। ਪਾਂਡਵ ਵੀ ਆਏ ਸੀ, ਚਾਰ ਭਰਾ ਆ ਕੇ ਇਸ ਬਰਫ਼ ਦੇ ਵਿੱਚ ਹੀ ਗਲ ਗਏ ਸੀ। ਕੋਈ ਜਾਨਵਰ ਜੇ ਇਸ ਦੇ ਉੱਪਰ ਚਲਾ ਜਾਵੇ ਪਹਾੜ ਦੇ ਉੱਪਰ, ਉਹ ਵੀ ਗਲ ਜਾਂਦਾ ਹੈ। ਇੱਕ ਬਚਿਓ ਧਰਮ ਰਾਏ ਕੋ ਤਾਂਤ ਨਾ ਆਇਓ ਇਤੈ ਸੁਰ ਲੋਕ ਸਦਾਈ। ਇੱਕ ਧਰਮ ਰਾਜੇ ਦਾ ਪੁੱਤਰ ਮੰਨਿਆ ਯੁਧਿਸ਼ਟਰ ਜਿਹੜਾ ਹੈ ਉਹ ਕੱਲਾ ਬਚਿਆ ਸੀ, ਉਹ ਸੁਰਲੋਕ ਦੇਵਲੋਕ ਨੂੰ ਚਲਾ ਗਿਆ ਸੀ। ਸ੍ਰੀ ਕਰਤਾਰ ਦਿਆ ਤੁਝ ਪੈ ਤਨ ਖੇਦ ਨਹੀਂ ਇਹ ਠੋਰ ਦਿਖਾਈ। ਫਿਰ ਮਹਾਰਾਜ ਆਪਾਂ ਤਾਂ ਉਹ ਬਰਫ਼ ਦੇ ਉੱਪਰ ਤੁਰੇ ਫਿਰਦੇ ਆ, ਚੱਲ ਰਹੇ ਆ, ਬਰਫ਼ ਦੇ ਉੱਪਰ ਜਾਵਾਂਗੇ ਮਹਾਰਾਜ, ਤੇ ਮੈਨੂੰ ਨਾ ਕਿਤੇ ਬਰਫ਼ ਗਾਲ ਦੇਵੇ। ਮਹਾਰਾਜ ਜੀ ਕਹਿੰਦੇ, ਨਹੀਂ ਮਰਦਾਨਾ ਤੁਸੀਂ ਆਪਣਾ ਕੰਮ ਨਹੀਂ ਕਰ ਰਹੇ, ਤੁਸੀਂ ਕਰਤਾਰ ਦੀ ਡਿਊਟੀ ਨਿਭਾ ਰਹੇ ਹੋ। ਜਗ੍ਹਾ ਜਗ੍ਹਾ ਉਪਦੇਸ਼ ਦੇਣਾ, ਸਿੱਧਾਂ ਦੇ ਮਾਨ ਨੂੰ ਖੋਣਾ ਹੈ, ਇਸ ਕਰਕੇ ਕਰਤਾਰ ਤੁਹਾਡੀ ਰਾਖੀ ਕਰੇਗਾ। ਤੁਹਾਡੇ ਸਰੀਰ ਨੂੰ ਇਸ ਕਰਕੇ ਦੁੱਖ ਨਹੀਂ ਆਵੇਗਾ, ਨਾ ਦੁੱਖ ਆ ਰਿਹਾ ਹੈ। ਆਗੇ ਚਲੇ ਸਰਤਾਰ ਪਹਾੜ ਬਿਲੋਕਤ ਤਾਹੇ ਕੋ ਬਾਣੀ ਅਲਾਈ। ਅੱਗੇ ਜਿਹੜਾ ਪਹਾੜ ਹੈ ਸਿਰ ਧਾਰ ਪਹਾੜ ਕਹਿੰਦੇ ਨੇ, ਐ ਸਿੱਧਾ ਉੱਪਰ ਨੂੰ ਹੈ, ਉਸ ਨੂੰ ਦੇਖ ਕਰਕੇ ਸਤਿਗੁਰੂ ਮਹਾਰਾਜ ਜੀ ਅੱਗੇ ਬਚਨ ਕਰ ਰਹੇ ਨੇ, ਪਹਾੜ ਤੇ ਜਾਣਗੇ, ਸਮਾਂ ਹੋ ਗਿਆ ਹੈ। ਅੱਗੇ ਸਿੱਧਾ ਨੂੰ ਜਾ ਕੇ ਮਿਲਣਾ, ਬੜੀ ਚਰਚਾ ਹੋਣੀ ਹੈ, ਬਹੁਤ ਕਿਸੇ ਤਰੀਕੇ ਨਾਲ ਹੰਕਾਰ ਧਾਰਨ ਕਰਕੇ ਆਉਣਗੇ। ਪਰ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ। ਜਿਉ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਐ ਤੇ ਹੋਵੇ ਖਾਲਾ। ਸੇਵਕ ਦਰਗਹਿ ਸੁਰਖਰੂ ਬੇਮੁਖ ਮੂੰਹ ਕਾਲਾ। ਗੁਰੂ ਮਹਾਰਾਜ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾਣੀ, ਆਉਣ ਵਾਲੇ ਸਮੇਂ ਵਿੱਚ ਸ਼ਰਵਣ ਕਰਾਂਗੇ ਜੀ। ਸ੍ਰੀ ਕਰਤਾਰ ਦਿਆ ਤੁਝ ਪੈ ਤਨ ਖੇਦ ਨਹੀਂ ਇਹ ਠੋਰ ਦਿਖਾਈ। ਆਗੇ ਚਲੇ ਸਿਰ ਧਾਰ ਪਹਾੜ ਬਿਲੋਕਤ ਤਾਹੇ ਕੋ ਬਾਣੀ ਅਲਾਈ। ਪਹਾੜ ਬਿਲੋਕਤ ਤਾਹੇ ਕੋ ਬਾਣੀ ਅਲਾਈ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਮੇਰੇ ਹਰ ਪ੍ਰੀਤਮ ਕੀ। ਤੁਹਾਡੇ ਆਪਣੇ ਚੈਨਲ ਗੁਰਸੋਭਾ ਟੀਵੀ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਕੋਈ ਬਾਤ YouTube ਤੇ ਕਥਾ ਕੀਰਤਨ ਸਰਵਣ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ।
सो मेरा भी